हेलो। हाँ जी मैम। हाँ जी सर, मैं 1 मिनट ना शेयर मैनू करना तुसी। क्या करना? मैं 2 मिनट मैम मैं करदा तुहानू ਉਹ ਹੋਸਟ ਬਣਾਣਾ हाँ फिर जी हाँ जी, ठीक है। चेक करो जी। हाँ जी हो रहा, मैं कर दी हाँ स्क्रीन शेयर ना, तुसी देखना एक बार। ठीक है सर। हाँ जी मैम ठीक होगी जी बिल्कुल। ठीक है, ओके सर। ठीक है मैम, ਆਪਾਂ ਲੈਕਚਰ थोड़ी लेट शुरू करांगे 3 बजे। हाँ जी बिल्कुल बिल्कुल, कोई नहीं। ठीक है मैम, मैं एने सेटिंग्स करदा, मीटिंग सेटिंग्स करदा मैं। ठीक है ओके सर। दो। मैम मैं अलाउ कर रहे हैं स्टूडेंट्स को, ठीक है। अंदर आ जाएंगे। हाँ जी ठीक है। मैम वी कैन स्टार्ट नाउ। ओके सर, थैंक यू सर। सत श्री अकाल सारिਆਂ ਨੂੰ, मैं दलजीत कौर, सरफेस ऑर्नामेंटेशन ਦੀ इंस्ट्रक्टर, गवर्नमेंट ITI वूमेन रोपड़ तो बोल रही हाँ।
ਅੱਜ ਦਾ ਜੋ ਮੇਰਾ ਟੌਪਿਕ ਹੈਗਾ ਆ ਉਹ ਹੈਗਾ ਬੇਸਿਕ ਸਟਿਚਸ। ਕੱਲ ਮੈਂ ਤੁਹਾਨੂੰ ਫਰਸਟ ਹਾਫ ਕਰਾ ਦਿੱਤਾ ਸੀ, ਅੱਜ ਸੈਕਿੰਡ ਹਾਫ, ਠੀਕ ਹੈ, ਪਾर्ट सेकंड कराऊंगी। कल ਤੁਹਾਨੂੰ ਕਰਵਾਏ ਸੀ ਮੈਂ ਹੱਥ ਦੇ ਸਟਿਚਸ, ਅੱਜ ਮੈਂ ਤੁਹਾਨੂੰ ਕਰਵਾਉਂਗੀ ਮਸ਼ੀਨ ਸਟਿਚਸ, ਠੀਕ ਹੈ। ਜਿਵੇਂ ਕਿ ਮੈਂ ITI ਰੋਪੜ ਤੋਂ ਹੈਗੀ ਆ ਟੀਚਰ, ठीक है। ਕੰਟੈਕਟ ਨੰਬਰ ਤੁਹਾਨੂੰ ਸਾਡੇ ਪ੍ਰਿੰਸੀਪਲ ਦਾ ਦਿਖ ਹੀ ਰਿਹਾ ਹੈ। ਅਗਰ ਇੱਥੇ ਕੋਰਸਿਸ ਦੀ ਤੁਸੀਂ ਕੋਈ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ, ਅਗਰ ਦਾਖਲੇ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਕੰਟੈਕਟ ਨੰਬਰ ਤੇ ਆਪਣਾ ਗੱਲ ਕਰ ਸਕਦੇ ਹੋ। ਤੇ ਸਾਡੇ ਇੱਥੇ ਜੋ ਕੋਰਸਿਸ ਚੱਲਦੇ ਆ ਉਹ ਚੱਲਦੇ ਆ ਸਵਿੰਗ ਟੈਕਨੋਲੋਜੀ, ਸਰਫੇਸ ornamentation, ਕੋਪਾ, ਬੇਸਿਕ ਕਾਸਮੈਟੋਲੋਜੀ, 4 ਕੋਰਸਿਸ ਇੱਥੇ ਚੱਲਦੇ ਆ। ਅਗਰ ਦਾਖਲੇ ਲਈ ਕਿਸੇ ਨੇ ਕੋਈ ਇਨਫੋਰਮੇਸ਼ਨ ਲੈਣੀ ਹੈ ਤਾਂ ਉਹ ਪ੍ਰਿੰਸੀਪਲ ਮੈਮ ਦਾ ਨੰਬਰ ਨੋਟ ਕਰ ਲਓ ਔਰ ਤੁਸੀਂ ਇਸ ਤੇ ਆਪਣਾ ਕੰਟੈਕਟ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ। ਇਸ ਤੋਂ ਪਹਿਲਾਂ ਕਿ ਅਸੀਂ ਆਪਣਾ ਚੈਪਟਰ ਅੱਜ ਦਾ ਸ਼ੁਰੂ ਕਰੀਏ, ਮੈਂ ਤੁਹਾਨੂੰ ਦੱਸੂਗੀ ਕਿ ਅੱਜ ਕੱਲ ਜਿਵੇਂ ਕਰੋਨਾ ਦਾ ਇੰਨਾ ਜ਼ਿਆਦਾ ਖਤਰਾ ਬਣਿਆ ਹੋਇਆ, ਠੀਕ ਹੈ, ਹਰ ਜਗ੍ਹਾ ਅਵੇਅਰਨੈਸ ਚੱਲ ਰਹੀ ਹੈ, ਹਰ ਕੋਈ ਟੀਚਰ ਤੁਹਾਨੂੰ ਅਵੇਅਰ ਕਰ ਰਿਹਾ, ਠੀਕ ਹੈ। ਕੋਈ ਵਜ੍ਹਾ ਹੈ ਅਵੇਅਰ ਕਰ ਰਿਹਾ, ਕਿਉਂਕਿ ਕਾਫੀ ਸੀਰੀਅਸ ਬਿਮਾਰੀ ਹੈ ਇਹ, ਹੈ ਨਾ, ਜਿਹਦੇ ਕਰਕੇ ਲੋਕਡਾਊਨ ਹੋ ਗਿਆ ਔਰ ਆਪਾਂ ਘਰ ਬੈਠ ਕੇ ਆਨਲਾਈਨ ਕਲਾਸਿਸ ਲੈ ਰਹੇ ਹਾਂ। ਤਾਂ ਆਪਾਂ ਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਸਾਨੂੰ ਪਤਾ ਹੋਣੇ ਚਾਹੀਦੇ ਕੀ ਲੱਛਣ ਹੈ। ਇਹਦੇ ਲੱਛਣ ਹੁੰਦੇ ਆ ਬੁਖਾਰ, ਖਾਂਸੀ, ਥਕਾਵਟ ਜਾਂ ਸਾਹ ਲੈਣ ਚ ਤਕਲੀਫ। ਅਗਰ ਬੁਖਾਰ ਚੜਦਾ ਹੈ, ਖਾਂਸੀ ਹੁੰਦੀ ਹੈ, ਸਾਹ ਲੈਣ ਚ ਪ੍ਰੋਬਲਮ ਹੁੰਦੀ ਹੈ ਜਾਂ ਉਹਨੂੰ ਥਕਾਵਟ ਰਹਿੰਦੀ ਹੈ ਤਾਂ ਕੀ ਆ ਉਹਨੂੰ ਆਪਣਾ ਚੈੱਕਅਪ ਕਰਵਾਉਣਾ ਚਾਹੀਦਾ ਹੈ, ਡਾਕਟਰ ਕੋਲ ਜਾਣਾ ਚਾਹੀਦਾ। ਅਗਰ ਇਸ ਤਰ੍ਹਾਂ ਦੇ ਕੋਈ ਸਿੰਪਟਮਸ ਨਹੀਂ ਹੈਗੇ, ਆਪਾਂ ਤੰਦਰੁਸਤ ਹੈਗੇ ਆ ਤਾਂ ਆਪਾਂ ਕੀ ਕਰਨਾ ਹੈ, ਆਪਾਂ ਘਰ ਦੇ ਵਿੱਚ ਹੀ ਰਹਿਣਾ, ਘਰ ਤੋਂ ਬਾਹਰ ਨਹੀਂ ਜਾਣਾ। ਅਗਰ ਜਾਣ ਦੀ ਲੋੜ ਪੈ ਵੀ ਜਾਂਦੀ ਹੈ ਤਾਂ ਆਪਾਂ ਕੀ ਕਰਨਾ ਹੈ, ਜੋ ਤੁਸੀਂ ਮਾਸਕ ਬਣਾ ਕੇ ਸਾਰਿਆਂ ਨੂੰ ਦਿੱਤੇ ਨੇ ਤੇ ਮਾਸਕ ਬਣਾ ਕੇ ਹੀ ਘਰ ਤੋਂ ਜਾਣਾ ਹੈ, ਠੀਕ ਹੈ। ਫਿਰ डिस्टेंस मेंटेन करके रखनी है, अगर बाहर निकले तो डिस्टेंस मेंटेन रखनी है, शेक हैंडिंग नहीं करनी, ठीक है, दूर रह के गल करनी है। ਹੱਥਾਂ ਨੂੰ ਬਾਰ-ਬਾਰ ਧੋਣਾ ਹੈ, ਜਦੋਂ ਵੀ ਬਾਹਰੋਂ ਆਣਾ ਹੈ ਆਪਣੇ ਹੱਥ ਸਾਫ਼ ਕਰਨੇ ਨੇ, ਕੁਝ ਖਾਣਾ ਹੈ ਉਸ ਤੋਂ ਪਹਿਲਾਂ ਹੱਥ ਸਾਫ਼ ਕਰਨੇ ਨੇ, ਹੱਥਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰਨਾ ਹੈ ਰੈਗੂਲਰਲੀ। ਕਿੰਨੀ ਵਾਰੀ ਦਿਨ ਚ ਜਿੰਨੀ ਵਾਰ ਮਰਜ਼ੀ ਤੁਸੀਂ ਵਾਸ਼ ਕਰ ਸਕਦੇ ਹੋ, ਕੋਈ ਇਹਦੇ ਵਿੱਚ ਉਹ ਨਹੀਂ, ਟਾਈਮ ਲਿਮਿਟ ਨਹੀਂ ਹੈ। ਫਿਰ ਆਪਣੀ ਖੰਘ ਨੂੰ ਹਮੇਸ਼ਾ ਢੱਕ ਕੇ ਰੱਖਣਾ ਹੈ, ਕਿਸੇ ਦੇ ਉੱਪਰ ਨਹੀਂ ਖੰਘਣਾ ਹੈਗਾ, ਠੀਕ ਹੈ, ਕਿਉਂਕਿ ਜਿਹੜੀ ਹੈ ਇਹ ਸਾਹ ਨਾਲ ਫੈਲਦੀ ਪਈ ਹੈ ਨਾ ਬਿਮਾਰੀ, ਤਾਂ ਕਿ ਕੋਈ ਖੰਘਦਾ ਵੀ ਹੈ ਤਾਂ ਉਹਨੂੰ ਵੀ ਆਪਾਂ ਗਾਈਡ ਕਰਨਾ ਹੈ ਕਿ ਬਈ ਤੁਸੀਂ ਆਪਣਾ ਮੂੰਹ ਢੱਕ ਕੇ ਖੰਘੋ, ਠੀਕ ਹੈ। ਅਗਰ ਕੋਈ ਏਦਾਂ ਦੇ ਸਿੰਪਟਮਸ ਨਜ਼ਰ ਆਉਂਦੇ ਆ ਆਪਣੇ ਵਿੱਚ, ਕੋਈ ਲੱਛਣ ਨਜ਼ਰ ਆਉਂਦੇ ਆ ਤਾਂ ਆਪਾਂ ਹੈਲਪਲਾਈਨ ਨੰਬਰ ਤੇ ਕਾਲ ਕਰਨੀ ਹੈ 104, ਠੀਕ ਹੈ। ਉੱਥੇ ਆਪਾਂ ਕੀ ਹੈ ਆਪਣੀ ਸਾਰੀ ਆਪਣੀ ਪ੍ਰੋਬਲਮ ਦੱਸ ਸਕਦੇ ਆ ਔਰ ਆਪਣਾ ਇਲਾਜ ਟ੍ਰੀਟਮੈਂਟ ਕਰਵਾ ਸਕਦੇ ਆ। ਹੁਣ ਆਪਾਂ ਗੱਲ ਕਰਾਂਗੇ ਜਿਹੜੇ ਬੇਸਿਕ ਸਟਿਚਸ ਆ। ਹੁਣ ਬੇਸਿਕ ਸਟਿਚਸ ਕੱਲ ਮੈਂ ਤੁਹਾਨੂੰ ਕਰਵਾਏ ਸੀ ਹੱਥ ਦੇ ਬੇਸਿਕ ਸਟਿਚਸ, ਕਿਉਂਕਿ ਬੇਸਿਕ ਸਟਿਚਸ ਹੱਥ ਵਿੱਚ ਔਰ ਮਸ਼ੀਨ ਚ ਦੋਨਾਂ ਵਿੱਚ ਹੁੰਦੇ ਆ, ਠੀਕ ਹੈ। ਹੱਥ ਵਾਲੇ ਕੱਲ ਮੈਂ ਤੁਹਾਨੂੰ ਕਰਾਤੇ ਸੀ ਤੇ ਅੱਜ ਮੈਂ ਤੁਹਾਨੂੰ ਕਰਵਾਣੇ ਨੇ ਮਸ਼ੀਨ ਦੇ, ਠੀਕ ਹੈ। ਹੁਣ ਜਿਵੇਂ ਤੁਹਾਨੂੰ ਦੱਸਿਆ ਹੀ ਸੀਗਾ ਮੈਂ ਕਿ ਟਾਂਕਿਆਂ ਨੂੰ 2 ਕਿਸਮਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਹੈਗੇ ਹੱਥ ਦੇ ਟਾਂਕੇ, ਦੂਸਰੇ ਹੈਗੇ ਮਸ਼ੀਨ ਦੇ ਟਾਂਕੇ। ਹੱਥ ਦੇ ਟਾਂਕੇ ਕੀ ਹੈ 2 ਹਿੱਸਿਆਂ ਵਿੱਚ ਵੰਡੇ ਹੁੰਦੇ ਆ। ਹੱਥ ਦੇ ਟਾਂਕੇ ਕਿੰਨੇ ਹਿੱਸਿਆਂ ਚ 2 ਹਿੱਸਿਆਂ ਚ ਵੰਡੇ ਹੁੰਦੇ, ਕਿਉਂਕਿ ਕੱਲ ਕਈ ਬੱਚਿਆਂ ਦਾ ਮੈਨੂੰ ਬਾਅਦ ਚ ਮੈਸੇਜ ਆਇਆ ਸੀ ਕਿ ਮੈਮ ਅਸੀਂ ਸਟਾਰਟਿੰਗ ਤੁਹਾਡਾ ਲੈਸਨ ਨਹੀਂ ਲੈ ਸਕੇ, ਤਾਂ ਉਹਨਾਂ ਨੂੰ ਮੈਂ ਹੁਣ ਥੋੜਾ ਜਿਹਾ ਦੱਸਦੀ ਹਾਂ ਕਿ ਹੱਥ ਦੇ ਟਾਂਕੇ 2 ਹਿੱਸਿਆਂ ਵਿੱਚ ਵੰਡਦੇ ਆ, ਕੰਸਟਰਕਟਿਵ ਟਾਂਕੇ ਔਰ ਦੂਸਰੇ ਡੈਕੋਰੇਟਿਵ ਸਟਿਚਸ, ਠੀਕ ਹੈ। ਕੰਸਟਰਕਟਿਵ ਜਿਨ੍ਹਾਂ ਨਾਲ ਅਸੀਂ ਮੁਰੰਮਤ ਕਰਦੇ ਆ ਕੱਪੜਿਆਂ ਦੀ, ਕੰਸਟਰਕਸ਼ਨ ਕਰਦੇ ਆ ਜਿਨ੍ਹਾਂ ਨਾਲ, ਠੀਕ ਹੈ। ਡੈਕੋਰੇਟਿਵ ਸਟਿਚਸ ਜਿਨ੍ਹਾਂ ਨਾਲ ਸਜਾਉਂਦੇ ਆ। ਹੁਣ ਕੰਸਟਰਕਟਿਵ ਸਟਿਚਸ ਨੂੰ ਵੀ ਅੱਗੋਂ 2 ਹਿੱਸਿਆਂ ਚ ਵੰਡਿਆ ਹੁੰਦਾ ਹੈ, ਟੈਂਪਰੇਰੀ ਤੇ ਪਰਮਾਨੈਂਟ। ਟੈਂਪਰੇਰੀ ਹੁੰਦੇ ਆ ਜੋ ਅਸੀਂ ਥੋੜੇ ਟਾਈਮ ਲਈ ਪਾਉਂਦੇ ਆ ਔਰ ਬਾਅਦ ਚ ਉਹਨਾਂ ਨੂੰ ਕੱਢ ਦਿੰਦੇ ਆ, ਰਿਮੂਵ ਕਰ ਦਿੰਦੇ ਆ। ਪਰਮਾਨੈਂਟ ਸਟਿਚਸ ਉਹ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਪਰਮਾਨੈਂਟਲੀ ਬਣਾ ਕੇ ਰੱਖਦੇ ਆ, ਉਹਨਾਂ ਨੂੰ ਨਹੀਂ ਉਧੇੜਦੇ, ਠੀਕ ਹੈ। ਇਹ ਸੀਗੇ ਕੱਲ ਦੇ। ਹੁਣ ਅੱਜ ਮੈਂ ਤੁਹਾਨੂੰ ਦੱਸੂਗੀ ਮਸ਼ੀਨ ਦੇ ਸਟਿਚਸ ਬਾਰੇ। ਹੁਣ ਸਿਲਾਈ ਮਸ਼ੀਨ ਦੀ ਵਰਤੋਂ, ਹੁਣ ਜਦੋਂ ਸਿਲਾਈ ਮਸ਼ੀਨ ਦੀ ਵਰਤੋਂ ਹੋਣੀ ਸ਼ੁਰੂ ਹੋਈ ਹੈ ਥੋੜਾ ਟਾਈਮ ਤੋਂ, ਹੈ ਨਾ, ਕਾਫੀ ਕੁਝ ਸਾਲਾਂ ਤੋਂ ਹੀ ਸਿਲਾਈ ਮਸ਼ੀਨ ਦੀ ਵਰਤੋਂ ਜ਼ਿਆਦਾ ਹੋਈ ਹੈ। ਉਸ ਤੋਂ ਪਹਿਲਾਂ ਕੀ ਕਰਦੇ ਸੀ, ਉਸ ਤੋਂ ਪਹਿਲਾਂ ਹੱਥਾਂ ਨਾਲ ਕੰਮ ਕਰਦੇ ਸੀਗੇ, ਪਰ ਹੁਣ ਕੀ ਕਰਦੇ ਆਪਾਂ ਮਸ਼ੀਨ ਦੇ ਕੰਮ ਨਾਲ ਕੰਮ ਕਰਦੇ ਆ। ਪਰ ਜਦੋਂ ਕਦੇ ਲਾਈਟ ਨਹੀਂ ਹੁੰਦੀ ਔਰ ਐਮਰਜੈਂਸੀ ਹੁੰਦੀ ਹੈ ਫਿਰ ਆਪਾਂ ਕੀ ਕਰਦੇ ਆ, ਫਿਰ ਵੀ ਤਾਂ ਆਪਾਂ ਹੱਥ ਨਾਲ ਹੀ ਕੰਮ ਕਰਦੇ ਆ, ਠੀਕ ਹੈ। ਇਸ ਕਰਕੇ ਹੁਣ ਅੱਜ ਅਸੀਂ ਗੱਲ ਕਰਨੀ ਹੈ ਸਵਿੰਗ ਮਸ਼ੀਨਸ ਦੀ।
ਹੁਣ ਸਵਿੰਗ ਮਸ਼ੀਨ ਦੇ ਟਾਂਕਿਆਂ ਨੂੰ ਵੀ ਕਈ ਕਿਸਮਾਂ ਵਿੱਚ ਵੰਡਦੇ ਆ, ਜਿਵੇਂ ਸਟੇਟ ਸਟਿਚਸ, zigzag stitches, blind hand stitches, button hole stitch, decorative stitch, overlock stitch। ठीक है, ਇਹ ਜਿਹੜੇ ਸਾਡੇ ਕੋਲ 6 ਹਿੱਸੇ ਆ, ਆਪਾਂ ਮਸ਼ੀਨੀ ਟਾਂਕਿਆਂ ਨੂੰ 6 ਹਿੱਸਿਆਂ ਦੇ ਵਿੱਚ ਡਿਵਾਈਡ ਕਰ ਦੇਣਾ। ਹੁਣ ਇੱਕ ਇੱਕ ਕਰਕੇ ਇਹ ਸਟਿਚਸ ਕੀ ਹੈਗੇ ਨੇ ਮੈਂ ਤੁਹਾਨੂੰ ਇਹਨਾਂ ਬਾਰੇ ਦੱਸੂਗੀ। ਸਭ ਤੋਂ ਪਹਿਲਾਂ ਆਣਗੇ ਇਹਦੇ ਇੰਸਟਰਕਸ਼ਨਸ। ਹੁਣ ਇਹਦੇ ਇੰਸਟਰਕਸ਼ਨਸ ਕੀ ਹੈ, ਮਸ਼ੀਨ ਤੇ ਕੰਮ ਕਰਨ ਤੋਂ ਪਹਿਲਾਂ ਕੀ ਇੰਸਟਰਕਸ਼ਨਸ ਨੂੰ ਫੋਲੋ ਕਰਨਾ ਸੀ। ਜਦੋਂ ਤੁਸੀਂ ਟਾਂਕਾ ਲਗਾ ਰਹੇ ਹੋ ਤਾਂ ਕੱਪੜੇ ਨੂੰ ਖਿੱਚਣਾ ਨਹੀਂ ਹੈ, ਠੀਕ ਹੈ। ਇਹ ਨਹੀਂ ਕਿ ਆਪਾਂ ਕੱਪੜੇ ਨੂੰ ਖਿੱਚੀ ਜਾ ਰਹੇ ਆ, ਉਹਦੇ ਨਾਲ ਕੀ ਹੈ ਟਾਂਕੇ ਵਿਗੜ ਜਾਂਦੇ ਆ, ਟਾਂਕੇ ਕੀ ਹੈ ਖਰਾਬ ਹੋ ਜਾਂਦੇ ਆ, ਠੀਕ ਹੈ, ਬੱਖੀਆ ਸਹੀ ਨਹੀਂ ਆਂਦਾ। ਇਸ ਕਰਕੇ ਫੈਬਰਿਕ ਨੂੰ ਕਦੇ ਖਿੱਚਣਾ ਨਹੀਂ ਹੈ। ਦੂਸਰਾ ਹੈਗਾ ਸਿਲਾਈ ਕਰਨ ਵੇਲੇ ਤੁਹਾਡੇ ਫੈਬਰਿਕ ਨੂੰ ਜਗ੍ਹਾ ਤੇ ਰੱਖਣ ਲਈ ਸੇਫਟੀ ਪਿਨ ਵਰਤ ਸਕਦੇ ਹੋ, ठीक है। अगर ਆਪਾਂ ना कपड़ा तिलकन वाला है, वो तिलक रहा है तो ਆਪਾਂ ਕੀ ਕਰ ਸਕਦੇ ਆ, ਉਹਨਾਂ ਨੂੰ ਸੇਫਟੀ ਪਿੰਸ ਲਗਾ ਕੇ ਕੀ ਹੈ ਇੱਕ ਜਗ੍ਹਾ ਤੇ ਸੈੱਟ ਕਰ ਸਕਦੇ ਆ। ਨਹੀਂ ਕੱਚੇ ਟਾਂਕਿਆਂ ਦਾ ਯੂਜ਼ ਕਰ ਸਕਦੇ ਆ, ਹੱਥ ਦੇ ਕੱਚੇ ਟਾਂਕੇ ਦਾ ਯੂਜ਼ ਕਰ ਸਕਦੇ ਆ ਔਰ ਫੈਬਰਿਕ ਨੂੰ ਜਗ੍ਹਾ ਰੱਖ ਸਕਦੇ ਆ। ਉਸ ਤੋਂ ਬਾਅਦ ਹੈਗਾ ਮਸ਼ੀਨ ਸਿਲਾਈ ਕਰਨ ਤੋਂ ਪਹਿਲਾਂ ਹਮੇਸ਼ਾ ਹੱਥ ਸਾਫ਼ ਰੱਖੋ, ਕਿਉਂਕਿ ਮਸ਼ੀਨ ਤੇ ਆਪਾਂ ਅਗਰ ਮਸ਼ੀਨ ਦੀ ਸਫਾਈ ਕਰਨੀ ਤਾਂ ਜ਼ਰੂਰੀ ਹੈਗੀ ਹੈ, ਕਿਉਂਕਿ ਕੱਪੜਾ ਸੀਣਾ ਉਹਦੇ ਉੱਪਰ। ਅਗਰ ਮਸ਼ੀਨ ਉੱਪਰ ਵੀ ਗੰਦ ਹੋਏਗਾ, ਆਪਣੇ ਹੱਥਾਂ ਵਿੱਚ ਵੀ ਗੰਦ ਲੱਗਾ ਹੋਏਗਾ ਤਾਂ ਕੀ ਹੈ ਉਹ ਸਾਰਾ ਕੱਪੜੇ ਦੇ ਉੱਪਰ ਆਏਗਾ, ਜਿਹਦੇ ਕਰਕੇ ਕੱਪੜੇ ਦੀ ਸਫਾਈ ਨਹੀਂ ਆਏਗੀ ਔਰ ਕੱਪੜਾ ਸੀਂਦੇ ਸੀਂਦੇ ਮੈਲਾ ਹੋ ਜਾਏਗਾ। ਇਸ ਕਰਕੇ ਹੱਥਾਂ ਨੂੰ ਹਮੇਸ਼ਾ ਸਾਫ਼ ਰੱਖਣਾ। ਧਾਗਿਆਂ ਨੂੰ ਕੱਟਣ ਲਈ ਥ੍ਰੈਡ ਕਟਰ ਦਾ ਇਸਤੇਮਾਲ ਕਰਨਾ ਹੈ। ਹੁਣ ਧਾਗੇ ਕੱਟਣੇ ਆ ਤਾਂ ਉਹਦੇ ਵਾਸਤੇ ਕੀ ਹੈ ਛੋਟੀ ਸੀਜ਼ਰ ਜਾਂ ਫਿਰ ਥ੍ਰੈਡ ਕਟਰ, ਠੀਕ ਹੈ, ਉਹਦਾ ਇਸਤੇਮਾਲ ਕਰਨਾ ਹੈ ਧਾਗੇ ਕੱਟਣ ਲਈ। ਕੰਮ ਕਰਨ ਤੋਂ ਪਹਿਲਾਂ ਮਸ਼ੀਨ ਨੂੰ ਸਾਫ਼ ਕਰਨਾ ਤੇ ਤੇਲ ਦੇਣਾ ਨਾ ਭੁੱਲੋ। ਹੁਣ ਜਦੋਂ ਮਸ਼ੀਨ ਤੇ ਅਸੀਂ ਕੰਮ ਕਰਨਾ ਹੈ ਉਸ ਤੋਂ ਪਹਿਲਾਂ ਉਹਦੀ ਸਫਾਈ ਔਰ ਉਹਨੂੰ ਤੇਲ ਦੇਣਾ, ਆਇਲ ਕਰਨਾ ਬਹੁਤ ਜ਼ਰੂਰੀ ਹੈ। ਇੱਕ ਤਾਂ ਮਸ਼ੀਨ ਸੌਖੀ ਚੱਲਦੀ ਹੈ, ਰੈਲੀ ਚੱਲਦੀ ਹੈ, ठीक है, वधिया चलती है, नरमी नाल चलती है, आवाज नहीं करती और एक साडा काम साफ सुथरा हो जाता है, ठीक है, पुरजे नहीं कसदे ओदे। मशीन नूं इस करके काम करन तो पहला साफ करना और ऑयल देना बहुत जरूरी है ताकि साडा कपड़ा खराब ना होवे। और जदों असीं तेल दे देना है तो उस तो बाद की करना है, खाली मशीन किसी रफ कपड़े उपर चलानी है ताकि जो एक्सेस असीं तेल दे दिता मशीन नूं वो रफ कपड़े दे उपर निकल जाए, ठीक है। रफ कपड़े ते पहला चलाना है ताकि जेड़ा तेल है जो अपने कपड़े ऊपर ना आ जाए और असी उन्हों तेल नूं एक्स्ट्रा तेल असी पहला ही रफ कपड़े ऊपर कट दिए। उस तो बाद है गया सिलाई मशीन नूं चलाउण तो पहला जो गल्लां ध्यान च रखनियां ने। हुण मशीन नाल सिलाई करते समय मशीन उपर ज्यादा खलारा नहीं पाना, ठीक है, ना पाओ। क्यों नहीं पाना, क्योंकि ਅਸੀਂ ਮਸ਼ੀਨ ਦੇ ਉੱਪਰ ਜਦੋਂ ਕੰਮ ਕਰਦੇ ਆ ਅਗਰ ਖਲਾਰਾ ਪਿਆ ਹੋਏਗਾ ਤਾਂ ਸਾਡਾ ਕੀ ਹੈ ਸਿਲਾਈ ਸਿੱਧੀ ਨਹੀਂ ਆਏਗੀ, ਸਾਡੀ ਸਿਲਾਈ ਟੇਢੀ ਮੇਢੀ ਹੋ ਜਾਏਗੀ, ਅਸੀਂ ਖਲਾਰਾ ਹੀ ਸਾਂਭਦੇ ਰਹਿ ਜਾਵਾਂਗੇ, ਕੰਮ ਨਹੀਂ ਕਰ ਸਕਾਂਗੇ। ਇਸ ਕਰਕੇ ਜਦੋਂ ਮਸ਼ੀਨ ਤੇ ਕੰਮ ਕਰਨਾ ਹੈ ਉਹਦੇ ਉੱਪਰ ਬਹੁਤਾ ਅਸੀਂ ਖਲਾਰਾ ਨਹੀਂ ਪਾ ਕੇ ਰੱਖਣਾ ਕਿ ਇਹ ਵੀ ਉੱਥੇ ਰੱਖ ਲਓ, ਇਹ ਵੀ ਉੱਥੇ ਰੱਖ ਲਓ, ਐਦਾਂ ਨਹੀਂ ਕਰਨਾ। ਮਸ਼ੀਨ ਤੇ ਸਿਰਫ ਸਟਿਚਿੰਗ ਵਾਲਾ ਕੱਪੜਾ ਹੋਣਾ ਚਾਹੀਦਾ, ਹੋਰ ਕੋਈ ਸਮਾਨ ਨਹੀਂ ਹੋਣਾ ਚਾਹੀਦਾ। ਉਸ ਤੋਂ ਬਾਅਦ ਹੈ ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਜਿੱਥੇ ਬੈਠੇ ਹੋ ਉਹ ਆਰਾਮਦਾਇਕ ਅਤੇ ਚੰਗੀ ਤਰ੍ਹਾਂ ਪ੍ਰਕਾਸ਼ਿਤ ਹੈ। ਹੁਣ ਇਹ ਪਹਿਲਾਂ ਦੇਖਣਾ ਹੈ ਕਿ ਅਸੀਂ ਜਿੱਥੇ ਬੈਠੇ ਆ ਉਹ ਕੰਫਰਟੇਬਲ ਜਗ੍ਹਾ ਹੈ, ਸਾਡੀ ਮਸ਼ੀਨ ਦੇ ਉੱਪਰ ਬੈਠਣ ਦੀ ਜਗ੍ਹਾ ਜੋ ਹੈ ਮੈਚ ਕਰਦੀ ਪਈ ਹੈ, ਸਾਡੇ ਪੈਰ ਚੱਲ ਰਹੇ ਆ ਪ੍ਰੋਪਰ, ਠੀਕ ਹੈ, ਸਿਟਿੰਗ ਸਾਡੀ ਪ੍ਰੋਪਰ ਹੈਗੀ ਆ, ਉੱਥੇ ਲਾਈਟ ਦਾ ਪ੍ਰਬੰਧ ਹੈਗਾ, ਸਾਨੂੰ ਪ੍ਰੋਪਰ ਸਟਿਚਸ ਦਿਖ ਰਹੇ ਆ, ਸੂਈ ਵਿੱਚ ਧਾਗਾ ਪਾ ਰਹੇ ਆ, ਸਾਨੂੰ ਨਜ਼ਰ ਆ ਰਿਹਾ ਕੀ ਕੰਮ ਕਰ ਰਹੇ ਆ, ਸਿਲਾਈ ਕਿੱਥੇ ਜਾ ਰਹੀ ਹੈ, ਰੋਸ਼ਨੀ ਹੋਏਗੀ ਤਾਂ ਹੀ ਪਤਾ ਲੱਗੇਗਾ, ਨਹੀਂ ਤਾਂ ਅਸੀਂ ਟੇਢੀਆਂ ਮੇਢੀਆਂ ਸਿਲਾਈਆਂ ਲਗਾ ਦਾਂਗੇ। ਉਸ ਤੋਂ ਬਾਅਦ ਹੈਗਾ ਕਿਸੇ ਵੀ ਸੀਮ ਨੂੰ ਪਿਨ ਨਾਲ ਰੱਖ ਕੇ ਮਸ਼ੀਨ ਸਿਲਾਈ ਕਰੋ। ਸ਼ੁਰੂ ਕਰਨ ਲਈ ਹਮੇਸ਼ਾ ਧਾਗੇ ਨੂੰ ਪੱਕਾ ਕਰੋ ਤਾਂ ਜੋ ਸੁਰੱਖਿਅਤ ਹੋਵੇ। ਹੁਣ ਅਸੀਂ ਜਦੋਂ ਵੀ ਕੱਪੜੇ ਦੀ ਸਟਾਰਟਿੰਗ ਕਰਨੀ ਹੈ और एंड करना है तो आप की करना है धागे नूं पक्का करना है, पक्का करते हैं ना आप रिवर्स करके पक्का करना है स्टार्टिंग और एंड विच तां जो की है टांके उधड़न ना टुटन ना। उस तो बाद सही किस्म दे धागे दी वरतों करो, अपनी सिलाई ते दूरी ते नजर रखो। हुण सही थ्रेड यूज करना है अकॉर्डिंग टू फैब्रिक, ठीक है। एक मोटा थ्रेड आंदा है वो ज्यादातर फैब्रिक्स ते नहीं चलता, ਜਿਹੜਾ ਪਤਲਾ ਥ੍ਰੈਡ ਆਂਦਾ ਉਹ ਫੈਬਰਿਕ ਦੇ ਉੱਪਰ ਚੱਲਦਾ। ਇਸ ਕਰਕੇ ਫੈਬਰਿਕ ਦਾ ਧਿਆਨ ਰੱਖਣਾ, ਧਾਗੇ ਦਾ ਧਿਆਨ ਰੱਖਣਾ ਹੈ ਕਿ ਅਸੀਂ ਉਹਦੇ ਉੱਪਰ ਕਿਹੜਾ ਧਾਗਾ ਚਲਾ ਰਹੇ ਹਾਂ ਔਰ ਕਿੰਨੀ ਦੂਰੀ ਸਿਲਾਈ ਲਗਾ ਰਹੇ ਹਾਂ, ਅਸੀਂ ਉਹਦੀ ਜਜਮੈਂਟ ਵੀ ਆਈਸ ਦੇ ਨਾਲ ਕਰਨੀ ਹੈ। ਦੂਰੀ ਦਾ ਧਿਆਨ ਰੱਖਣਾ ਕਿ ਅਗਰ ਪੈਰ ਦੀ ਸਿਲਾਈ ਲਗਾ ਰਹੇ ਹਾਂ ਤਾਂ ਕੀ ਉਹਦੀ ਦੂਰੀ ਪ੍ਰੋਪਰ ਆ ਰਹੀ ਹੈ, ਸਹੀ ਆ ਰਹੀ ਹੈ, ਟੇਢੀ ਮੇਢੀ ਤਾਂ ਨਹੀਂ ਹੋ ਰਹੀ। ਅਗਲਾ ਹੈਗਾ ਮਸ਼ੀਨ ਤੇ ਜ਼ਿਆਦਾ ਝੁੱਕ ਕੇ ਨਾ ਬੈਠੋ।
ਹੁਣ ਅਸੀਂ ਕਦੇ ਵੀ ਮਸ਼ੀਨ ਤੇ ਬਹੁਤਾ ਇਹਦਾ ਨੀਚੇ ਨੂੰ ਝੁਕ ਕੇ ਨਹੀਂ ਬੈਠਣਾ। ਕਿਉਂ ਝੁਕ ਕੇ ਕਿਉਂ ਨਹੀਂ ਬੈਠਣਾ? ਕਿਉਂਕਿ ਸੂਈ ਕਿਸੇ ਵੇਲੇ ਵੀ ਟੁੱਟ ਸਕਦੀ ਆ ਔਰ ਕੀ ਆ ਉਹ ਸਾਡੇ ਲੱਗ ਸਕਦੀ ਹੈ। ठीक है, इस करके हाथ भी साइड ते रखने ने काम करते वक्त और अपनी सिटिंग भी सीधी रखनी है ताजो अगर नीडल टूट भी जावे तो ओदा साडे बॉडी ते कोई इफेक्ट ना होवे। ठीक है, ओदा सानू कोई नुकसान ना हो। हुण उस तो बाद गल करदे आ ਟੈਂਪਰੇਰੀ ਸਟਿਚਸ। ਹੁਣ ਜਿਹੜੇ ਹੱਥ ਦੇ ਟੈਂਪਰੇਰੀ ਸਟਿਚਸ ਕੱਲ ਤੁਹਾਨੂੰ ਕਰਵਾਏ ਸੀ, ਅੱਜ ਹੈਗੇ ਮਸ਼ੀਨ ਦੇ ਟੈਂਪਰੇਰੀ ਸਟਿਚਸ। ਹੁਣ ਮਸ਼ੀਨ ਵਿੱਚ ਵੀ ਟੈਂਪਰੇਰੀ ਸਟਿਚਸ ਹੁੰਦੇ ਆ ਜੋ ਕਿ ਅਸੀਂ ਕੰਮ ਕਰਨ ਲਈ ਕੱਚਾ ਕੰਮ ਕਰਨ ਲਈ ਵਰਤਦੇ ਆ ਔਰ ਉਸ ਤੋਂ ਬਾਅਦ ਕੀ ਆ ਅਸੀਂ ਉਹਨਾਂ ਨੂੰ ਰਿਮੂਵ ਕਰ ਦਿੰਦੇ ਆ, ਉਧੇੜ ਦਿੰਦੇ ਆ। ਸਭ ਤੋਂ ਪਹਿਲਾਂ ਤੁਹਾਡਾ ਆਂਦਾ ਹੈ ਇਹਦੇ ਵਿੱਚ ਸਟਿਚ ਬੇਸਟਿੰਗ ਸਟਿਚ, ਬੱਖੀਆ ਟਾਂਕਾ ਜਿਹਨੂੰ ਆਪਾਂ ਬੋਲਦੇ ਆ ਬੱਖੀਆ ਟਾਂਕਾ, ਬੇਸਟਿੰਗ ਸਟਿਚ। ਹੁਣ ਸਿਲਾਈ ਮਸ਼ੀਨ ਦੇ ਵਿੱਚ ਬੱਖੀਆ ਟਾਂਕਾ ਕੀ ਹੈ? ਜਦੋਂ ਅਸੀਂ ਆਪਣੇ ਸਟਿਚ ਰੈਗੂਲੇਟਰ ਦੀ ਜੋ ਸੈਟਿੰਗ ਕਰਨ ਵਾਲਾ ਸਕਰੂ ਹੈ ਉਹਨੂੰ ਜਦੋਂ ਅਸੀਂ ਬਿਲਕੁਲ ਉੱਪਰ 4 ਤੇ ਲੈ ਜਾਂਦੇ ਆ, 4 ਜਾਂ 5 ਜਿੰਨੀ ਵੀ ਉੱਪਰਲੀ ਸੈਟਿੰਗ ਹੁੰਦੀ ਹੈ ਉਸ ਤੇ ਜਾ ਕੇ ਜਦੋਂ ਆਪਾਂ ਕਰਦੇ ਆ ਤਾਂ ਕੀ ਹੈ ਬੱਖੀਆ ਟਾਂਕਾ ਜਿਹੜਾ ਬੇਸਟਿੰਗ ਸਟਿਚ ਆ ਵੱਡਾ ਆਣ ਲੱਗ ਜਾਂਦਾ। ਨਾਰਮਲ ਸਟਿਚਿੰਗ 2 ਜਾਂ 3 ਦੇ ਉੱਪਰ ਹੁੰਦੀ ਹੈ, ਨਾਰਮਲ ਸਟਿਚਿੰਗ 2 ਪੁਆਇੰਟ ਨੰਬਰ ਉੱਪਰ ਜਾਂ 3 ਨੰਬਰ ਉੱਪਰ ਹੁੰਦੀ ਹੈ। ਪਰ ਜਦੋਂ ਅਸੀਂ ਮੋਟਾ ਬੱਖੀਆ ਕਰਨਾ ਹੈ, ਬੱਖੀਆ ਟਾਂਕਾ ਕਰਨਾ, ਟੈਂਪਰੇਰੀ ਟਾਂਕਾ ਕਰਨਾ ਹੈ ਤਾਂ ਅਸੀਂ ਕੀ ਕਰਨਾ ਹੈ 4 ਪੁਆਇੰਟ ਦੇ ਉੱਪਰ ਆਪਣੀ ਸੈਟਿੰਗ ਕਰ ਲੈਣੀ ਆ ਔਰ ਕੀ ਹੈ ਮੋਟਾ ਕੰਮ ਕਰਨਾ ਹੈ, ਕੱਚਾ ਕਰਨਾ ਹੈ। ਉਲੇੜੀ ਕਰਨ ਲਈ ਵਰਤ ਸਕਦੇ ਆ, ਘੇਰੇ ਕੱਚੇ ਕਰਨ ਲਈ, ਗਲੇ ਕੱਚੇ ਕਰਨ ਲਈ, ਬਾਹਾਂ ਕੱਚੀਆਂ ਕਰਨ ਲਈ, ਮਤਲਬ ਕਿ ਹਰ ਕੱਚੇ ਕੰਮ ਲਈ ਅਸੀਂ ਇਹਨੂੰ ਯੂਜ਼ ਕਰ ਸਕਦੇ ਆ। ਉਸ ਤੋਂ ਬਾਅਦ ਨੈਕਸਟ ਆਂਦਾ ਜ਼ਿਗਜ਼ੈਗ ਸਟਿਚ। ਹੁਣ ਜ਼ਿਗਜ਼ੈਗ ਸਟਿਚ ਜਿਹੜਾ ਆ ਉਹ ਚੋੜਾਂ ਪਾਉਣ ਲਈ ਵਰਤਿਆ ਜਾਂਦਾ ਕਿਉਂਕਿ ਜਿਹੜੀ ਜ਼ਿਗਜ਼ੈਗਿੰਗ ਹੈ ਇੱਕ ਕੱਚਾ ਜਿਹਾ ਟਾਂਕਾ ਹੁੰਦਾ ਹੈ ਕਿਉਂਕਿ ਜਦੋਂ ਇਹਦੀਆਂ ਚੋੜਾਂ ਪਾਉਂਦੇ ਆ ਨਾ ਇਹਦੀਆਂ ਚੋੜਾਂ ਬਹੁਤ ਵਧੀਆ ਪੈਂਦੀਆਂ ਨੇ ਔਰ ਬਾਅਦ ਚ ਆਸਾਨੀ ਨਾਲ ਰਿਮੂਵ ਹੋ ਜਾਂਦਾ ਹੈ। ਇਸ ਕਰਕੇ ਜ਼ਿਗਜ਼ੈਗ ਟਾਂਕਾ ਜੋ ਹੈ ਇਹ ਤੁਹਾਡਾ ਟੈਂਪਰੇਰੀ ਸਟਿਚ ਦੇ ਵਿੱਚ ਆਉਂਦਾ ਹੈ ਜਿਹਦੇ ਨਾਲ ਕੀ ਆ ਅਸੀਂ ਚੋੜਾਂ ਪਾ ਸਕਦੇ ਹਾਂ ਔਰ ਅਸਥਾਈ ਤੌਰ ਤੇ ਟਾਂਕੇ ਲਗਾ ਸਕਦੇ ਹਾਂ ਤੇ ਬਾਅਦ ਵਿੱਚ ਉਹਨਾਂ ਨੂੰ ਕੀ ਕਰ ਸਕਦੇ ਹਾਂ ਆਸਾਨੀ ਨਾਲ ਰਿਮੂਵ ਕਰ ਸਕਦੇ ਹਾਂ। ਹੁਣ ਉਸ ਤੋਂ ਬਾਅਦ ਗੱਲ ਕਰਦੇ ਆ ਤੁਹਾਡੇ ਪਰਮਾਨੈਂਟ ਸਟਿਚਸ। ਹੁਣ ਪਰਮਾਨੈਂਟ ਸਟਿਚਸ ਮਸ਼ੀਨ ਵਿੱਚ ਕਿਹੜੇ ਹੁੰਦੇ ਆ ਜੋ ਪਰਮਾਨੈਂਟਲੀ ਅਸੀਂ ਯੂਜ਼ ਕਰਦੇ ਆ। ਠੀਕ ਹੈ, ਪਰਮਾਨੈਂਟ ਅਸੀਂ ਯੂਜ਼ ਕਰਦੇ ਆ ਔਰ ਉਹਨਾਂ ਨਾਲ ਕਾਫੀ ਕੰਮ ਲੈ ਸਕਦੇ ਆ। ਹੁਣ ਇੱਕ ਇੱਕ ਕਰਕੇ ਦੇਖਦੇ ਆ ਕਿਹੜੇ ਹੈਗੇ ਸਾਡੇ ਪਰਮਾਨੈਂਟ ਸਟਿਚ। ਸਭ ਤੋਂ ਪਹਿਲਾਂ ਹੈਗੀ ਸਿੱਧੀ ਸਿਲਾਈ ਯਾਨੀ ਕਿ ਮਸ਼ੀਨ ਦੀ ਸਟੇਟ ਸਿਲਾਈ। ਸਟੇਟ ਸਿਲਾਈ ਦੇਖੋ ਹੁਣ ਤੁਸੀਂ ਦੇਖ ਰਹੇ ਹੋ ਕਿ ਇੱਥੇ 3 ਲਾਈਨਾਂ ਵੱਜੀਆਂ ਹੋਈਆਂ ਨੇ ਪਿਕਚਰ ਦੇ ਵਿੱਚ, 3 ਲਾਈਨਾਂ ਲੱਗੀਆਂ ਹੋਈਆਂ, ਇੱਕ ਚ ਛੋਟਾ ਬੱਖੀਆ, ਇੱਕ ਚ ਮੀਡੀਅਮ, ਇੱਕ ਚ ਥੋੜਾ ਹਲਕਾ ਜਿਹਾ ਵੱਡਾ ਹੈ। ਠੀਕ ਹੈ, ਤਿੰਨ ਬੱਖੀਏ ਦੀਆਂ ਲਾਈਨਾਂ ਬਣੀਆਂ ਹੋਈਆਂ ਨੇ। 2.0 3.0 ਜਿਹੜਾ ਸਿੰਪਲ ਸਟੇਟ ਸਿਲਾਈ ਵਿੱਚ ਵਰਤਿਆ ਜਾਣ ਵਾਲਾ ਕੀ ਹੈ ਪੁਆਇੰਟ ਹੈ ਜਿਹਦੇ ਤੇ ਅਸੀਂ ਸੈਟਿੰਗ ਕਰਦੇ ਹਾਂ ਸਿੰਪਲ ਸਟੇਟ ਸਿਲਾਈ ਆਸਾਨੀ ਨਾਲ ਕੱਪੜਿਆਂ ਤੇ ਕਰ ਸਕਦੇ ਆ। ਠੀਕ ਹੈ, 2 ਕੱਪੜੇ ਦੇ ਪੀਸ ਜੋੜਨ ਲਈ ਜਾਂ ਜ਼ਿਆਦਾ ਫੈਬਰਿਕ ਨੂੰ ਜੋੜਨ ਲਈ ਜਾਂ ਜਿੱਥੇ ਪਰਮਾਨੈਂਟ ਅਸੀਂ ਟਾਂਕਾ ਲਗਾਉਣਾ ਉਹਨੂੰ ਨਹੀਂ ਉਧੇੜਨਾ ਹੈਗਾ ਤਾਂ ਉੱਥੇ ਅਸੀਂ ਕੀ ਹੈ ਸਟੇਟ ਸਿਲਾਈ ਦਾ ਯੂਜ਼ ਕਰਦੇ ਆ। ਇਹ ਬੇਸਿਕ ਸਟਿਚ ਆ ਸਾਡਾ ਕਿਉਂਕਿ ਇਹ ਜ਼ਿਆਦਾ ਵਰਤਿਆ ਜਾਣ ਵਾਲਾ ਟਾਂਕਾ ਹੈ ਕਿਉਂਕਿ ਸਿੱਧੀ ਸਿਲਾਈ ਸਭ ਤੋਂ ਜ਼ਿਆਦਾ ਵਰਤੀ ਜਾਂਦੀ ਹੈ। ਉਸ ਤੋਂ ਬਾਅਦ ਨੈਕਸਟ ਹੈਗਾ ਤੁਹਾਡਾ ਲੌਕੇਮੈਟਿਕ ਸਟਿਚ। ਹੁਣ ਲੌਕੇਮੈਟਿਕ ਸਟਿਚ ਕੀ ਹੈ? ਲੌਕੇਮੈਟਿਕ ਸਟਿਚ ਹੈ ਜਿਵੇਂ ਅੱਜ ਕੱਲ ਤੁਹਾਡੇ ਕੋਲ ITS ਦੇ ਵਿੱਚ ਜੋ ਮਸ਼ੀਨਾਂ ਪਈਆਂ ਨੇ ਉਹਦੇ ਵਿੱਚ ਇੱਕ ਰਿਵਰਸ ਦਾ ਲੌਕ ਦਾ ਬਟਨ ਹੁੰਦਾ, ਰਿਵਰਸ ਕਰਨ ਦਾ ਬਟਨ ਹੁੰਦਾ। ਜਦੋਂ ਆਪਾਂ ਸਟਾਰਟਿੰਗ ਵਿੱਚ ਰਿਵਰਸ ਬਟਨ ਕਰ ਦਿੰਦੇ ਆ, ਠੀਕ ਹੈ, ਰਿਵਰਸਿੰਗ ਕਰ ਦਿੰਦੇ ਆ ਤਾਂ ਉਹਨੂੰ ਬੋਲਦੇ ਆ ਲੌਕੇਮੈਟਿਕ ਸਿਲਾਈ। ਮਤਲਬ ਕਿ ਸਿਲਾਈ ਨੂੰ ਸਟਾਰਟਿੰਗ ਚ ਵੀ ਲੌਕ ਕਰ ਦਿੱਤਾ ਔਰ ਐਂਡ ਵਿੱਚ ਵੀ ਆ ਕੇ ਲੌਕ ਕਰ ਦਿੱਤਾ। ਠੀਕ ਹੈ, ਇਹ ਸਿਲਾਈ ਕਦੋਂ ਵਰਤਦੇ ਆ? ਜਦੋਂ ਆਪਾਂ ਪਰਮਾਨੈਂਟ ਸਟਿਚ ਕਰਦੇ ਆ ਤਾਂ ਆਪਾਂ ਸਟਾਰਟਿੰਗ ਵੀ ਇਸੇ ਸਿਲਾਈ ਤੋਂ ਕਰਦੇ ਆ ਔਰ ਐਂਡ ਵੀ ਇਸੇ ਸਿਲਾਈ ਤੋਂ ਹੀ ਕਰਦੇ ਆ। ਨੈਕਸਟ ਤੁਹਾਡਾ ਆਂਦਾ ਹੈ ਟ੍ਰਿਪਲ ਸਟ੍ਰੈਚ ਸਿਲਾਈ। ਹੁਣ ਟ੍ਰਿਪਲ ਸਟ੍ਰੈਚ ਸਿਲਾਈ ਜਿਹੜੀ ਹੈ ਇਹ ਜ਼ਿਗਜ਼ੈਗ ਮਸ਼ੀਨ ਦੇ ਵਿੱਚ ਇਹਦਾ ਇੱਕ ਫੰਕਸ਼ਨ ਹੁੰਦਾ ਹੈ ਟ੍ਰਿਪਲ ਸਟ੍ਰੈਚ ਸਿਲਾਈ ਦਾ। ਉਹਦੇ ਵਿੱਚ ਕੀ ਹੁੰਦਾ ਹੈ ਇੱਕ ਬੱਖੀਏ ਦੀਆਂ 3 ਵਾਰ ਆ ਰਹੀਆਂ ਨੇ। ਠੀਕ ਹੈ, 3 ਟਾਈਮ ਇੱਕ ਬੱਖੀਆ ਆ ਰਿਹਾ ਹੈ, ਲਾਈਨ 3 ਟਾਈਮ ਬੱਖੀਆ ਲੈ ਕੇ ਇੱਕ ਲਾਈਨ ਬਣ ਰਹੀ ਹੈ, 3 ਟਾਈਮ ਬੱਖੀਆ ਹੋ ਰਿਹਾ ਉਹਦਾ। ਠੀਕ ਹੈ, 3 ਟਾਈਮਿੰਗ ਉਹ ਕਾਊਂਟਿੰਗ ਕਰ ਰਿਹਾ ਔਰ ਬੱਖੀਆ ਚੱਲ ਰਿਹਾ। ਇਹ ਜਿਹੜਾ ਬੱਖੀਆ ਆਪਾਂ ਕਿੱਥੇ ਵਰਤਦੇ ਆ? ਇਹ ਉੱਥੇ ਵਰਤਦੇ ਆ ਜਿੱਥੇ ਸਾਨੂੰ ਜ਼ਿਆਦਾ ਮਜ਼ਬੂਤੀ ਦੀ ਲੋੜ ਹੈ, ਜਿੱਥੇ ਸਾਨੂੰ ਲੱਗਦਾ ਹੈ ਕਿ ਸਿੰਗਲ ਟਾਂਕਾ ਟੁੱਟ ਸਕਦਾ। ਠੀਕ ਹੈ, ਜਿਵੇਂ ਆਪਣੇ ਸ਼ਰਟਸ ਦੀਆਂ ਬਗਲ ਹੁੰਦੀਆਂ ਕੱਚਾ ਹੁੰਦੀਆਂ ਨੇ, ਹੈ ਨਾ,
ਇਹ ਚੀਜ਼ਾਂ ਜਲਦੀ ਉਧੜ ਜਾਂਦੀਆਂ ਨੇ। ਪਜਾਮੇ ਹੁੰਦੇ ਆ, ਪਜਾਮੇ ਦੇ ਆਸਣ ਵਗੈਰਾ ਹੁੰਦੇ ਨੇ। ਆਪਾਂ ਕੀ ਕਰਦੇ ਆ, ਜਿਹੜੀਆਂ ਚੀਜ਼ਾਂ ਜਲਦੀ ਉਧੜ ਜਾਂਦੀਆਂ ਨੇ, ਸਿੰਗਲ ਸਿਲਾਈ ਉਹਨਾਂ ਤੇ ਸੈੱਟ ਨਹੀਂ ਰਹਿੰਦੀ, ਸਾਨੂੰ ਡਰ ਹੁੰਦਾ ਕਿ ਇਹ ਟੁੱਟ ਜਾਏਗੀ, ਤਾਂ ਅਸੀਂ ਉੱਥੇ ਕੀ ਕਰਨਾ, ਟ੍ਰਿਪਲ ਸਟ੍ਰੈਚ ਸਿਲਾਈ ਦਾ ਯੂਜ਼ ਕਰਨਾ, ਯਾਨੀ ਟ੍ਰਿਪਲ ਸਟਿਚ ਦਾ ਯੂਜ਼ ਕਰਨਾ, ਤੇਰੀ ਸਿਲਾਈ ਦਾ ਯੂਜ਼ ਕਰਨਾ। ਉਸ ਤੋਂ ਬਾਅਦ ਨੈਕਸਟ ਤੁਹਾਡਾ ਆਂਦਾ ਹੈ ਮਲਟੀਪਲ ਜ਼ਿਗਜ਼ੈਗ ਸਿਲਾਈ। ਹੁਣ ਮਲਟੀਪਲ ਜ਼ਿਗਜ਼ੈਗ ਸਿਲਾਈ ਕਿਹੜੀ ਹੈ? ਮਲਟੀਪਲ ਜ਼ਿਗਜ਼ੈਗ, ਇੱਕ ਤਾਂ ਹੁੰਦੀ ਸਿੰਪਲ ਐਦਾਂ ਜ਼ਿਗਜ਼ੈਗਿੰਗ, ਠੀਕ ਹੈ, ਇੱਕ ਹੁੰਦੀ ਹੈ ਸਿੰਪਲ ਐਦਾਂ ਜ਼ਿਗਜ਼ੈਗਿੰਗ, ਉਹ ਨਹੀਂ ਕਰਨੀ ਅਸੀਂ। ਇਹਦੇ ਵਿੱਚ ਟਾਂਕੇ ਜਾਂਦੇ ਆ, ਬਖੀਏ ਤੇ ਟਾਂਕੇ ਜ਼ਿਗਜ਼ੈਗ ਦੇ ਵਿੱਚ, ਠੀਕ ਹੈ, ਜ਼ਿਗਜ਼ੈਗਿੰਗ ਕਰ ਰਹੇ ਆ, ਬਖੀਏ ਤੇ ਟਾਂਕੇ ਕਰ ਰਹੇ ਆ, ਜ਼ਿਗਜ਼ੈਗਿੰਗ ਨਹੀਂ ਕਰ ਰਹੇ। ਇਹਨੂੰ ਬੋਲਦੇ ਆ ਮਲਟੀਪਲ ਜ਼ਿਗਜ਼ੈਗ ਸਿਲਾਈ। ਇਹ ਕਿੱਥੇ ਕੰਮ ਆਉਂਦੀ ਹੈ? ਕਿਨਾਰਿਆਂ ਨੂੰ ਫਿਨਿਸ਼ ਕਰਨ ਲਈ, ਲੈਸ ਲਗਾਉਣ ਲਈ, ਪਾਈਪਿੰਗ ਲਗਾਉਣ ਲਈ, ਠੀਕ ਹੈ, ਕੋਈ ਹੋਰ ਆਪਾਂ ਟ੍ਰਿਮਿੰਗ ਮਟੀਰੀਅਲ ਯੂਜ਼ ਕਰਨਾ, ਪੱਗ ਨੂੰ ਸਿਲਾਈ ਲਗਾਣੀ ਹੈ ਤਾਂ ਆਪਾਂ ਇਹ ਸਿਲਾਈ ਦਾ ਯੂਜ਼ ਕਰਨਾ। ਔਰ ਸਭ ਤੋਂ ਜ਼ਿਆਦਾ ਯੂਜ਼ ਜਦੋਂ ਆਪਾਂ ਲੇਡੀਜ਼ ਗਾਰਮੈਂਟ ਦੇ ਵਿੱਚ ਪੌਂਚੇ ਬਣਾਣੇ ਨੇ, ਤਾਂ ਅਸੀਂ ਇਸ ਜ਼ਿਗਜ਼ੈਗ ਸਟਿਚ ਦਾ ਯੂਜ਼ ਕਰਨਾ ਹੈ ਕਿ ਇਹਨੂੰ ਸਾਨੂੰ ਉਹਦੇ ਵਿੱਚ ਏਦਾਂ ਸਕਰੋਲ ਕਰਨ ਦੀ ਲੋੜ ਨਹੀਂ ਪੈਂਦੀ। ਇਹ ਆਟੋਮੈਟਿਕ ਏਦਾਂ ਜ਼ਿਗਜ਼ੈਗਿੰਗ ਕਰਦਾ ਆਂਦਾ, ਆਟੋਮੈਟਿਕ ਸਕਰੋਲ ਮਾਰਦਾ ਆਂਦਾ, ਠੀਕ ਹੈ। ਇਸ ਸਿਲਾਈ ਨੂੰ ਅਸੀਂ ਪੱਕੇ ਕੰਮ ਲਈ ਯੂਜ਼ ਕਰਦੇ ਹਾਂ, ਪੱਕੀਆਂ ਚੀਜ਼ਾਂ ਲਈ ਯੂਜ਼ ਕਰਦੇ ਹਾਂ। ਸਾਡੀ ਹੈਗੀ ਹੈ ਪਰਮਾਨੈਂਟ ਸਿਲਾਈ। ਹੁਣ ਉਸ ਤੋਂ ਬਾਅਦ ਨੈਕਸਟ ਆਂਦੀ ਹੈ ਸਾਡੀ ਓਵਰਕਾਸਟਿੰਗ। ਹੁਣ ਓਵਰਕਾਸਟਿੰਗ ਸਟਿਚ ਕੀ ਹੁੰਦਾ? ਓਵਰਕਾਸਟ ਦੇਖੋ ਤੁਹਾਨੂੰ ਦਿਖਾ ਰਿਹਾ ਹੋ 6 ਤਰੀਕੇ ਪਿਕ ਦੇ ਵਿੱਚ ਤੁਹਾਨੂੰ ਦਿਖਾਏ ਹੋਏ ਨੇ ਸਵਿੰਗ ਮਸ਼ੀਨ ਨਾਲ ਓਵਰਕਾਸਟ ਕਰਨਾ। ਓਵਰਕਾਸਟ ਮਤਲਬ ਬੁਰਾ ਨੂੰ ਰੋਕਣਾ। ਹੁਣ ਬੁਰਾ ਨੂੰ ਰੋਕਣ ਲਈ ਜ਼ਿਗਜ਼ੈਗ ਮਸ਼ੀਨ ਦੇ ਕਾਫੀ ਸਾਰੇ ਐਸੇ ਸਟਿਚਸ ਹੁੰਦੇ ਨੇ ਜੋ ਅਸੀਂ ਯੂਜ਼ ਕਰ ਸਕਦੇ ਹਾਂ ਓਵਰਕਾਸਟ ਲਈ। ਜਿਵੇਂ ਇਸ ਪਿਕਚਰ ਦੇ ਵਿੱਚ ਤੁਹਾਨੂੰ 6 ਤਰ੍ਹਾਂ ਦੇ ਓਵਰਕਾਸਟ ਦੇ ਮੈਥਡ ਦੱਸੇ ਹੋਏ ਨੇ, ਜਿਹਦੇ ਨਾਲ ਅਸੀਂ ਕੀ ਹੈ ਕਿਨਾਰਿਆਂ ਨੂੰ ਫਿਨਿਸ਼ ਕਰਦੇ ਹਾਂ, ਕਿਨਾਰੇ ਸੈੱਟ ਕਰਦੇ ਹਾਂ ਔਰ ਕਿਨਾਰਿਆਂ ਦੇ ਬੁਰਾ ਨੂੰ ਰੋਕਣ ਵਿੱਚ ਹੈਲਪ ਕਰਦੇ ਹਾਂ। ਇਹ ਕਿੱਥੇ ਵਰਤਦੇ ਆ, ਕਦੋਂ ਵਰਤਦੇ ਆ? ਜਦੋਂ ਸਾਡੇ ਕੋਲ ਓਵਰਲੌਕ ਮਸ਼ੀਨ ਦੀ ਆਪਸ਼ਨ ਨਹੀਂ ਹੁੰਦੀ, ਨਾ ਸਾਡੇ ਕੋਲ ਓਵਰਲੌਕ ਮਸ਼ੀਨ ਹੁੰਦੀ ਹੈ, ਤਾਂ ਅਸੀਂ ਚਾਹੁੰਦੇ ਆ ਆਪਣੇ ਕਿਨਾਰਿਆਂ ਨੂੰ ਪੱਕਾ ਕਰਨਾ, ਤਾਂ ਅਸੀਂ ਕੀ ਕਰ ਦਿੰਦੇ ਆ, ਓਵਰਕਾਸਟ ਸਟਿਚ ਦੀ ਯੂਜ਼ ਕਰਦੇ ਹੋਏ ਕੀ ਹੈ ਕਿਨਾਰਿਆਂ ਨੂੰ ਪੱਕਾ ਕਰ ਦਿੰਦੇ ਆ। ਉਸ ਤੋਂ ਬਾਅਦ ਨੈਕਸਟ ਆਉਂਦਾ ਤੁਹਾਡਾ ਸਟ੍ਰੈਚ ਸਿਲਾਈ। ਹੁਣ ਸਟ੍ਰੈਚ ਸਿਲਾਈ ਦੇਖੋ, ਤੁਹਾਨੂੰ ਇਹਦੇ ਵਿੱਚ ਸਟ੍ਰੈਚ ਸਿਲਾਈ ਦਿਖਾਈ ਹੋਈ ਹੈ, ਇਹ ਸਟ੍ਰੈਚੇਬਲ ਕੱਪੜਿਆਂ ਉੱਪਰ ਹੁੰਦੀ ਆ। ਸਟ੍ਰੈਚ ਸਿਲਾਈ ਹਮੇਸ਼ਾ ਸਟ੍ਰੈਚੇਬਲ ਕੱਪੜਿਆਂ ਉੱਪਰ ਹੁੰਦੀ ਹੈ, ਕਿਉਂਕਿ ਇਹ ਸਿਲਾਈ ਜੋ ਹੈ ਖਿੱਚਣ ਤੇ ਟੁੱਟਦੀ ਨਹੀਂ ਹੈਗੀ, ਠੀਕ ਹੈ, ਤਾਂ ਕਰਕੇ ਇਹਨੂੰ ਕੀ ਬੋਲਦੇ ਆ, ਸਟ੍ਰੈਚ ਸਟਿਚ ਬੋਲਦੇ ਆ। ਕਿਉਂਕਿ ਇਹਨਾਂ ਨੂੰ ਜਿਵੇਂ ਟੀ-ਸ਼ਰਟਸ ਹੁੰਦੀਆਂ, ਟੀ-ਸ਼ਰਟਸ ਆਪਣੀਆਂ ਕੀ ਸਟ੍ਰੈਚੇਬਲ ਕੱਪੜੇ ਦੀਆਂ ਹੁੰਦੀਆਂ, ਖੋਲੋ ਤਾਂ ਵੱਡਾ ਹੋ ਜਾਂਦਾ। ਪਜਾਮੇ ਆਉਂਦੇ ਨੇ ਆਪਣੇ, ਪਜਾਮੀਆਂ ਆਉਂਦੀਆਂ ਨੇ, ਹੈਨਾ, ਪਜਾਮੀਆਂ ਆਉਂਦੀਆਂ ਨੇ ਸਟ੍ਰੈਚੇਬਲ ਵਾਲੀਆਂ, ਜੀਨਸ ਪੈਂਟਾਂ ਹੁੰਦੀਆਂ ਨੇ ਸਟ੍ਰੈਚੇਬਲ ਵਾਲੀਆਂ, ਤਾਂ ਉੱਥੇ ਕੀ ਹੈ ਸਟ੍ਰੈਚ ਸਟਿਚ ਦਾ ਯੂਜ਼ ਕੀਤਾ ਜਾਂਦਾ ਹੈ, ਸਟ੍ਰੈਚ ਸਿਲਾਈ ਕੀਤੀ ਜਾਂਦੀ ਹੈ, ਤਾਂ ਜੋ ਕੀ ਹੈ ਸਟ੍ਰੈਚ ਹੋਣ ਨਾਲ ਉਹ ਕੱਪੜੇ ਦੀ ਸਿਲਾਈ ਟੁੱਟੇ ਨਹੀਂ। ਉਸ ਤੋਂ ਬਾਅਦ ਨੈਕਸਟ ਆਂਦਾ ਤੁਹਾਡੇ ਤੁਰਪਾਈ ਦੀਆਂ ਕਿਸਮਾਂ। ਹੁਣ ਹੈਮ ਸਟਿਚਿੰਗ ਦੀਆਂ ਮਸ਼ੀਨ ਦੇ ਵਿੱਚ ਕਿੰਨੀਆਂ ਕਿਸਮਾਂ ਹੁੰਦੀਆਂ ਨੇ ਉਹ ਦੇਖਦੇ ਆ। ਸਭ ਤੋਂ ਪਹਿਲੀ ਡਬਲ ਫੋਲਡ ਹੈਮ, ਨੈਰੋ ਰੋਲਡ ਹੈਮ, ਬਾਇਸ ਟੇਪ ਹੈਮ, ਬਲਾਈਂਡ ਹੈਮ, ਡੈਕੋਰੇਟਿਵ ਹੈਮ। ਇਹ ਜਿਹੜੀਆਂ 5 ਤਰ੍ਹਾਂ ਦੀਆਂ ਹੈਮ ਦੀਆਂ ਕਿਸਮਾਂ ਜਿਹੜੀਆਂ ਹੈ ਉਹ ਮਸ਼ੀਨ ਦੇ ਵਿੱਚ ਕੀਤੀਆਂ ਜਾਂਦੀਆਂ ਨੇ। ਹੁਣ ਇਸ ਤੋਂ ਬਾਅਦ ਇੱਕ ਇੱਕ ਕਰਕੇ ਮੈਂ ਤੁਹਾਨੂੰ ਦੱਸੂਗੀ ਕਿ ਕਿਸ ਕਿਸ ਤਰ੍ਹਾਂ ਨਾਲ ਹੁੰਦੀਆਂ ਨੇ। ਸਭ ਤੋਂ ਪਹਿਲਾਂ ਹੈਮਿੰਗ ਸਟਿਚ ਯੂਜ਼ ਕਿੱਥੇ ਹੁੰਦੀ ਹੈ? ਹੁਣ ਹੈਮਿੰਗ ਸਟਿਚ ਯੂਜ਼ ਕਿੱਥੇ ਹੁੰਦੀ ਹੈ? ਜਿੱਥੇ ਆਪਾਂ ਕੱਪੜੇ ਦੇ ਕਿਨਾਰਿਆਂ ਨੂੰ ਫਿਨਿਸ਼ ਕਰਨਾ ਹੈ ਨਾ, ਜਿੱਥੇ ਆਪਾਂ ਕੱਪੜੇ ਦੇ ਕਿਨਾਰਿਆਂ ਦੀ ਫਿਨਿਸ਼ਿੰਗ ਦੇਣੀ ਹੈ, ਪੌਂਚੇ ਮੋੜਨੇ ਆ, ਘੇਰੇ ਮੋੜਨੇ ਆ, ਗਲੇ ਮੋੜਨੇ ਆ, ਬਾਹਾਂ ਮੋੜਨੀਆਂ, ਉੱਥੇ ਕੀ ਕਰਨਾ ਸੀ ਹੈਮਿੰਗ ਸਟਿਚ ਕਰਨੀ ਹੈ। ਜਿੱਥੇ ਸਾਨੂੰ ਫਿਨਿਸ਼ਿੰਗ ਦੀ ਕਿਨਾਰਿਆਂ ਤੇ ਲੋੜ ਹੈ, ਅਸੀਂ ਕੀ ਹੈ ਹੈਮਿੰਗ ਸਟਿਚ ਨੂੰ ਯੂਜ਼ ਕਰਨਾ। ਹੁਣ ਹੈਮਿੰਗ ਸਟਿਚ ਸਭ ਤੋਂ ਪਹਿਲਾਂ ਹੈਗਾ ਡਬਲ ਫੋਲਡ ਹੈਮ। ਹੁਣ ਡਬਲ ਫੋਲਡ ਹੈਮ ਕਿਹਨੂੰ ਬੋਲਦੇ ਆ? ਜਦੋਂ ਆਪਾਂ ਕੱਪੜੇ ਨੂੰ ਡਬਲ ਵਾਰ ਫੋਲਡ ਕਰ ਦਿੰਦੇ ਆ, ਠੀਕ ਹੈ, ਦੋਹਰੀ ਵਾਰ ਫੋਲਡ ਕੀਤਾ ਔਰ ਉਹਦੇ ਉੱਪਰ ਸਿਲਾਈ ਲਗਾ ਦਿੱਤੀ, ਉਹਨੂੰ ਕੀ ਬੋਲਦੇ ਆ ਡਬਲ ਫੋਲਡ ਹੈਮ। ਇਹਦੇ ਨਾਲ ਆਪਾਂ ਕੀ ਕਰਦੇ ਆ, ਬਾਹਾਂ ਦੀਆਂ ਮੋਹਰੀਆਂ ਫੋਲਡ ਕਰ ਲੈਂਦੇ ਆ, ਪਜਾਮੇ ਦੀਆਂ ਮੋਹਰੀਆਂ, ਪੈਂਟਾਂ ਦੀਆਂ ਮੋਹਰੀਆਂ ਫੋਲਡ ਕਰ ਦਿੰਦੇ ਆ, ਸ਼ਰਟ ਦੀ ਜਿਹੜੀ ਨੀਚੇ ਫਿਨਿਸ਼ਿੰਗ ਹੁੰਦੀ ਹੈ, ਘੇਰਾ ਜਿਹਾ ਹੁੰਦਾ ਸੀ, ਉਹਨੂੰ ਫਿਨਿਸ਼ ਕਰ ਦਿੰਦੇ ਆ। ਯਾਨੀ ਕਿ ਕੱਪੜੇ ਨੂੰ ਡਬਲ ਫੋਲਡ ਕਰਦੇ ਆ ਔਰ ਉਹਦੇ ਉੱਪਰ ਸਿਲਾਈ ਕਰ ਦਿੰਦੇ ਆ, ਉਹਨੂੰ ਬੋਲਦੇ ਆ ਡਬਲ ਫੋਲਡ ਹੈਮ। ਉਸ ਤੋਂ ਬਾਅਦ ਨੈਕਸਟ ਆਂਦਾ ਹੈ
ਤੰਗ ਗੋਲ ਉਲੇੜੀ, ਠੀਕ ਹੈ, ਨੈਰੋ ਰੋਲਡ ਹੈਮ। ਹੁਣ ਨੈਰੋ ਰੋਲਡ ਹੈਮ ਤੁਹਾਡੇ ਕੋਲ ਪਿਕਚਰ ਦਿਖ ਰਹੀ ਹੈ, ਇਹਦੇ ਵਿੱਚ ਕੀ ਕੀਤਾ ਉਹਨਾਂ ਨੇ, ਪਤਲੀ ਕਿਨਾਰੀ ਮੋੜ ਕੇ ਸਲਾਈ ਲਗਾਈ ਹੋਈ ਹੈ, ਠੀਕ ਹੈ, ਬਰੀਕ ਜੀ ਟਰਨਿੰਗ ਦੇ ਕੇ ਨੈਰੋ, ਨੈਰੋ ਦਾ ਮਤਲਬ ਹੁੰਦਾ ਤੰਗ, ਤੇ ਉਹਨਾਂ ਨੇ ਕੀ ਕੀਤਾ, ਕੱਪੜੇ ਨੂੰ ਪਤਲਾ ਜਿਹਾ ਮੋੜਿਆ ਹੋਇਆ, ਹਲਕਾ ਜਿਹਾ ਮੋੜਿਆ ਹੋਇਆ, ਕੱਟ ਮੋੜਿਆ ਹੋਇਆ, ਔਰ ਉਹਦੇ ਉੱਪਰ ਕੀ ਆ, ਮਸ਼ੀਨ ਦੀ ਸਲਾਈ ਲਗਾ ਦਿੱਤੀ ਹੈ, ਜਿਸ ਨੂੰ ਕੀ ਕਹਿੰਦੇ ਆ ਆਪਾਂ, ਨੈਰੋ ਰੋਲਡ ਹੈਮ। ਇਹ ਕਿੱਥੇ ਕਰਦੇ ਆ ਆਪਾਂ, ਜਦੋਂ ਅੰਬ੍ਰੇਲਾ ਫਰਾਕਾਂ ਬਣਾਉਂਦੇ ਆ ਤਾਂ ਉਹਦੇ ਘੇਰਿਆਂ ਤੇ ਅਗਰ ਪੀਕੋ ਆਪਸ਼ਨ ਨਹੀਂ ਹੈਗੀ ਤਾਂ ਆਪਾਂ ਕੀ ਕਰ ਸਕਦੇ ਆ, ਨੈਰੋ ਹੈ ਰੋਲਡ ਹੈਮ ਕਰ ਸਕਦੇ ਆ। ਅਗਰ ਸਾਡੇ ਕੋਲ ਪੀਕੋ ਆਪਸ਼ਨ ਨਹੀਂ ਹੈਗੀ, ਜਾਂ ਫਿਰ ਅਸੀਂ ਫਰੀਲਾ ਬਣਾ ਰਹੇ ਆ, ਪੀਕੋ ਆਪਸ਼ਨ ਨਹੀਂ ਹੈਗੀ, ਤਾਂ ਆਪਾਂ ਉੱਥੇ ਕੀ ਕਰਨਾ, ਨੈਰੋ ਰੋਲਡ ਹੈਮ ਦਾ ਯੂਜ਼ ਕਰਨਾ ਹੈ। ਤਾਂ ਅਸੀਂ ਆਪਣਾ ਕੰਮ ਜਿਹੜਾ ਪੀਕੋ ਨਾਲੋਂ ਵੀ ਵਧੀਆ, ਔਰ ਸੇਮ ਐਜ਼ ਇਟ ਇਜ਼ ਪੀਕੋ ਵਰਗਾ ਹੀ ਲੁੱਕ, ਕੇ ਸਿਰਫ ਟਾਂਕੇ ਤਿਰਛੇ ਨਹੀਂ ਹੁੰਦੇ, ਲੁੱਕ ਉਹੀ ਦੇ ਕੇ ਆਪਾਂ ਕੀ ਹੈ, ਨੈਰੋ ਰੋਲਡ ਹੈਮ ਕਰ ਸਕਦੇ। ਉਸ ਤੋਂ ਬਾਅਦ ਨੈਕਸਟ ਹੈਗਾ ਤੁਹਾਡਾ ਉਰੇਬ ਉਲੇੜੀ, ਠੀਕ ਹੈ, ਜਿਹਨੂੰ ਬੋਲਦੇ ਬਾਇਸਟੇਪ ਹੈਮ। ਹੁਣ ਇਹ ਉਰੇਬ ਉਲੇੜੀ ਕਿਹਨੂੰ ਬੋਲਦੇ ਆ, ਕਿੱਥੇ ਲੱਗਦੀਆਂ ਉਰੇਬ ਉਲੇੜੀਆਂ, ਉਰੇਬ ਉਲੇੜੀਆਂ ਲੱਗਦੀਆਂ ਗਲੇ ਨੂੰ, ਠੀਕ ਹੈ, ਗਲੇ ਨੂੰ ਉਰੇਬ ਉਲੇੜੀ ਲੱਗਦੀ ਹੈ। ਜਦੋਂ ਆਪਾਂ ਦੇਖੋ ਤੁਹਾਡੇ ਕੋਲ ਪਿਕਚਰ ਦਿਖ ਰਹੀ ਹੈ ਵੀ ਕਿੰਨੀ ਸਫਾਈ ਦੇ ਨਾਲ ਉਹਨਾਂ ਨੇ ਉਰੇਬ ਦੀ ਉਲੇੜੀ ਲਗਾਈ ਹੈ, ਔਰ ਕੀ ਹੈ, ਗਲੇ ਦੀ ਸਲਾਈ ਲਗਾ ਕੇ ਫਿਨਿਸ਼ਿੰਗ ਕਰ ਦਿੱਤੀ, ਯਾਨੀ ਕਿ ਉਹਦੀ ਹੈਮਿੰਗ ਕਰ ਦਿੱਤੀ, ਠੀਕ ਹੈ, ਤਰਪਾਈ ਨਹੀਂ ਕੀਤੀ, ਬਸ ਸਟਿਚਿੰਗ ਕੀਤੀ। ਇਹ ਕਿੱਥੇ ਹੁੰਦਾ ਜ਼ਿਆਦਾਤਰ, ਜ਼ਿਆਦਾਤਰ ਹੀ ਕੁੜਤੀਆਂ ਉੱਪਰ, ਜਿਹੜੀਆਂ ਰੈਡੀਮੇਡ ਆਪਾਂ ਕੁੜਤੀਆਂ ਲੈਂਦੇ ਆ, ਉਹਦੇ ਗਲੇ ਉੱਪਰ ਕੀ ਕਰਦੇ ਆ, ਇਹ ਵਾਲੀ ਸਟਿਚਿੰਗ ਲੱਗੀ ਹੁੰਦੀ ਹੈ, ਜਿਹਨੂੰ ਬੋਲਦੇ ਆ ਬਾਇਸਟੇਪ ਹੈਮ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਆਂਦਾ ਤੁਹਾਡਾ ਅੰਨੀ ਤੁਰਪਾਈ, ਬਲਾਈਂਡ ਹੈਮ। ਹੁਣ ਬਲਾਈਂਡ ਹੈਮ ਆਪਾਂ ਪੈਂਟਾਂ ਤੇ ਕਰਦੇ ਆ, ਠੀਕ ਹੈ, ਪੈਂਟਾਂ ਦੇ ਜੈਂਟਸ ਕੱਪੜਿਆਂ ਦੇ ਉੱਪਰ ਬਲਾਈਂਡ ਹੈਮਿੰਗ ਹੁੰਦੀ ਹੈ। ਹੁਣ ਜਿਵੇਂ ਰੈਡੀਮੇਡ ਪੈਂਟਾਂ ਬਣ ਕੇ ਆਉਂਦੀਆਂ ਨੇ, ਉਹਦੇ ਅੰਦਰ ਤੁਰਪਾਈ ਕਰਨ ਦਾ ਤਾਂ ਕਿਸੇ ਕੋਲ ਟਾਈਮ ਨਹੀਂ ਹੈਗਾ, ਕਿਉਂਕਿ ਇੰਨੀਆਂ ਪੈਂਟਾਂ ਬਣ ਰਹੀਆਂ ਨੇ, ਤਾਂ ਉੱਥੇ ਕੀ ਕਰਦੇ ਆ, ਉੱਥੇ ਕੀ ਕਰਦੇ ਆ, ਬਲਾਈਂਡ ਹੈਮ ਦਾ ਯੂਜ਼ ਕਰਦੇ ਆ, ਅੰਨੀ ਤੁਰਪਾਈ ਦਾ ਯੂਜ਼ ਕਰਦੇ ਆ। ਮਸ਼ੀਨ ਦੇ ਨਾਲ ਹੋਣ ਵਾਲੀ ਤੁਰਪਾਈ ਹੈ, ਤੇ ਕੀ ਹੋ ਜਾਂਦੀ ਹੈ, ਕੱਪੜੇ ਦੀ ਉਲੇੜੀ ਹੋ ਜਾਂਦੀ ਹੈ। ਜ਼ਿਆਦਾਤਰ ਇਹਦਾ ਯੂਜ਼ ਕਿੱਥੇ ਹੁੰਦਾ ਹੈ, ਰੈਡੀਮੇਡ ਕੱਪੜਿਆਂ ਦੇ ਵਿੱਚ, ਠੀਕ ਹੈ, ਜ਼ਿਆਦਾਤਰ ਰੈਡੀਮੇਡ ਕੱਪੜਿਆਂ ਉੱਪਰ ਇਹਨੂੰ ਯੂਜ਼ ਕਰਦੇ ਆ। ਉਸ ਤੋਂ ਬਾਅਦ ਨੈਕਸਟ ਹੈਗਾ ਸਜਾਵਟੀ ਉਲੇੜੀ। ਹੁਣ ਡੈਕੋਰੇਟਿਵ ਹੈਮ ਕੀ ਹੁੰਦੇ ਆ, ਡੈਕੋਰੇਟਿਵ ਹੈਮ ਹੁੰਦੇ ਆ ਕਿ ਆਪਾਂ ਕੋਈ ਝਾਲਰ ਵਾਲੀ ਫਰਿਲ ਲੈ ਲੈਂਦੇ ਆ, ਕਟਾਂ ਵਾਲੀ ਲੈਸ ਲੈ ਲੈਂਦੇ ਆ, ਜਾਂ ਕੋਈ ਹੋਰ ਲੈਸ ਲੈ ਲੈਂਦੇ ਆ, ਉਹਨੂੰ ਜਦੋਂ ਅਸੀਂ ਕਿਨਾਰਿਆਂ ਤੇ ਰੱਖ ਕੇ, ਜਿਵੇਂ ਫਰਾਕ ਬਣਾ ਰਹੇ ਆ, ਸਾਡੀ ਫਰਾਕ ਦੀ ਲੈਂਥ ਘਟ ਰਹੀ ਆ, ਆਪਾਂ ਕੀ ਕਰਾਂਗੇ, ਆਪਾਂ ਕਰਾਂਗੇ ਲੈਸ ਦਾ ਚੌੜਾ ਕਿਨਾਰਾ ਲੈ ਕੇ ਫਰਾਕ ਦੇ ਨੀਚੇ ਲਗਾ ਦਾਂਗੇ, ਔਰ ਉਹਦੇ ਉੱਪਰ ਕੀ ਕਰਾਂਗੇ, ਸਲਾਈ ਮਾਰ ਕੇ ਉਹਦੀ ਹੈਮਿੰਗ ਕਰ ਦਾਂਗੇ, ਫਿਨਿਸ਼ਿੰਗ ਹੋਗੀ ਉਹਦੀ, ਇੱਕ ਤਾਂ ਫਰਾਕ ਦੀ ਫਿਨਿਸ਼ਿੰਗ ਹੋਗੀ, ਲੈਂਥ ਵਧ ਗਈ ਉਹਦੀ, ਠੀਕ ਹੈ। ਇਸੇ ਤਰ੍ਹਾਂ ਅਸੀਂ ਪਲਾਜ਼ੋ ਵਗੈਰਾ ਦੇ ਨੀਚੇ ਜਾਂ ਆਪਣੀ ਸ਼ਰਟਸ ਦੀਆਂ ਲੈਂਥ ਛੋਟੀ ਹੋ ਜਾਂਦੀਆਂ, ਤਾਂ ਉੱਥੇ ਕੀ ਆ, ਆਪਾਂ ਨੀਚੇ ਲੈਸਿਸ ਵਗੈਰਾ ਲਗਾ ਕੇ ਜਾਂ ਕੋਈ ਰੀਬਨ ਵਗੈਰਾ ਡਿਜ਼ਾਈਨਿੰਗ ਵਗੈਰਾ ਕਰਕੇ ਅਸੀਂ ਕੀ ਹੈ, ਆਪਣੇ ਕਿਨਾਰਿਆਂ ਨੂੰ ਫਿਨਿਸ਼ ਕਰ ਦੇਣਾ, ਔਰ ਉਹਦੀ ਡੈਕੋਰੇਸ਼ਨ ਕਰ ਦੇਣੀ, ਉਹ ਜਿਹੜੇ ਸਾਡੇ ਹੋ ਜਾਂਦੀ ਹੈ ਡੈਕੋਰੇਟਿਵ ਹੈ। ਹੁਣ ਉਸ ਤੋਂ ਬਾਅਦ ਨੈਕਸਟ ਆਂਦਾ ਸਾਡਾ ਮੁੜੇ ਹੋਏ ਮੀਟਰਡ ਕਾਰਨਰ। ਹੁਣ ਮੀਟਰਡ ਕਾਰਨਰ ਕਿਹਨੂੰ ਬੋਲਦੇ ਆ, ਮੀਟਰਡ ਕਾਰਨਰ ਹੁੰਦੇ ਆ ਜਿਹੜੇ ਆਪਾਂ ਸਰਾਣਿਆਂ ਦੇ ਸਾਈਡਾਂ ਦੇ ਕਾਰਨਰ ਬਣਾਉਂਦੇ ਆ। ਦੇਖੋ ਤੁਹਾਡੇ ਕੋਲ ਪਿਕਚਰ ਦਿਖ ਰਹੀ ਹੈ, ਇੱਕ ਵਿੱਚ ਮੀਟਰ ਕਾਰਨਰ ਬਰੀਕ ਬਣਾਇਆ ਹੋਇਆ, ਇੱਕ ਵਿੱਚ ਚੌੜਾ ਬਣਾਇਆ ਹੋਇਆ। ਇਹ ਕਿਵੇਂ ਬਣਦਾ, ਜਦੋਂ ਆਪਾਂ ਕਾਰਨਰ ਤੇ ਤਿਰਛੀ ਸਲਾਈ ਲਗਾਉਂਦੇ ਆ, ਠੀਕ ਹੈ, ਕਾਰਨਰ ਆ ਸਾਡੇ ਕੋਲ, ਕੱਪੜੇ ਨੂੰ ਫੋਲਡ ਕੀਤਾ, ਤਿਰਛੀ ਸਲਾਈ ਲਗਾਤੀ, ਅੰਦਰੋਂ ਕੱਪੜਾ ਕੱਟ ਦਿੱਤਾ, ਔਰ ਕੀ ਕੀਤਾ, ਜਦੋਂ ਉਹਨੂੰ ਮੋੜ ਦਿੱਤਾ ਤਾਂ ਉਹ ਕਿਹੜੀ ਬਣ ਜਾਂਦੀ ਹੈ, ਮੀਟਰਡ ਕਾਰਨਰ ਬਣ ਜਾਂਦਾ ਹੈ। ਇਹ ਬਹੁਤ ਵਧੀਆ ਕਾਰਨਰ ਬਣਦੇ ਆ ਇਹਦੇ, ਔਰ ਕਾਰਨਰ ਦੀ ਫਿਨਿਸ਼ਿੰਗ ਆ ਜਾਂਦੀ ਹੈ। ਕਾਰਨਰ ਵਾਲੇ ਕੱਪੜਿਆਂ ਲਈ ਜ਼ਿਆਦਾਤਰ ਇਸ ਜੋ ਸਲਾਈ ਦਾ ਹੈ ਉਹ ਯੂਜ਼ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਨੈਕਸਟ ਹੈਗਾ ਰੋਲਡ ਹੈਮ, ਗੋਲ ਉਲੇੜੀ। ਹੁਣ ਗੋਲ ਉਲੇੜੀ ਤੁਹਾਨੂੰ ਪਤਾ ਹੀ ਹੈ ਕਿ ਕੱਪੜੇ ਨੂੰ ਗੋਲ ਕਰਨਾ, ਉਲੇੜੀ ਕਰਨੀ। ਇਹਦਾ ਜੋ ਪੈਰ ਹੁੰਦਾ ਉਹ ਅੱਗੋਂ ਮੁੜਿਆ ਹੋਇਆ ਹੁੰਦਾ ਏਦਾਂ, ਠੀਕ ਹੈ, ਰਾਉਂਡ ਹੁੰਦਾ, ਜਿਹਦੇ ਵਿੱਚ ਜਦੋਂ ਅਸੀਂ ਕੱਪੜਾ ਰੱਖਦੇ ਆ, ਸੈੱਟ ਕਰਦੇ ਆ, ਤਾਂ ਆਟੋਮੈਟਿਕ ਉਹ ਜਿਹੜਾ ਗੋਲ ਵਿੱਚ ਪਾਰਟ ਹੁੰਦਾ ਹੈ ਉਹ ਆਟੋਮੈਟਿਕ ਕੱਪੜੇ ਨੂੰ ਰਾਉਂਡ ਕਰਦਾ, ਸਾਨੂੰ ਰਾਉਂਡ ਕਰਨ ਦੀ ਲੋੜ ਨਹੀਂ ਪੈਂਦੀ। ਉਹ ਜਿਹੜਾ ਪੁਰਜਾ ਹੁੰਦਾ, ਪੈਰ ਹੁੰਦਾ, ਪੈਰ ਹੀ ਇਸ ਢੰਗ ਦਾ ਹੁੰਦਾ ਕਿ ਉਹ ਕੱਪੜੇ ਨੂੰ ਰਾਉਂਡ ਕਰਦਾ, ਔਰ ਕੀ ਕਰ ਦਿੰਦਾ, ਪੀਕੂ ਕਰ ਦਿੰਦਾ। ਇਹਨੂੰ ਆਪਾਂ ਪੀਕੂ ਬੋਲਦੇ ਆ, ਯਾਨੀ ਕਿ ਕੱਪੜਿਆਂ ਨੂੰ ਪੀਕੂ ਦੇ ਨਾਲ ਜਾਂ ਰੋਲਡ ਹੈਮ ਦੇ ਨਾਲ ਉਲੇੜੀ ਕਰ ਦੇਣੀ, ਕਿਨਾਰਿਆਂ ਨੂੰ ਕੀ ਹੈ, ਫਿਨਿਸ਼ ਕਰ ਦੇਣਾ। ਉਸ ਤੋਂ ਬਾਅਦ ਨੈਕਸਟ ਆਂਦਾ ਹੈ ਸਾਡਾ ਸਰਗਰ ਉਲੇੜੀ, ਠੀਕ ਹੈ। ਹੁਣ ਸਰਗਰ ਉਲੇੜੀ ਕੀ ਹੁੰਦੀ ਹੈ,
ਇਹਨੂੰ ਜ਼ਿਆਦਾ यूज ਕੀਤਾ ਜਾਂਦਾ ਹੈ मोटे कपड़िया उपर, ठीक है। जेडे अपने सर्दियों के कपड़े मोटे रेडीमेड कपड़े बन के आते हैं ਉਹਦੇ ਉੱਪਰ सरगर उलेड़ी की जाती है। सरगर उलेड़ी किवें हुंदी है? ਇਹ सीधी साइड तो दो बखिए दी लाइनां नजर आंदियां ने, बट बैक साइड तो की नजर आती है? जाली जी नजर आती, जिगजैगिंग नजर आती है। सरगर उलेड़ी ये ज्यादातर टी शर्ट्स हो जांदियां, शर्ट्स हो जांदियां ने, मोटिया जैकेट्स हो जाती, जी जैकेट बनती मोटे कपड़े दियां, है ना, ओदे ऊपर की है सरगर उलेड़ी नाल जिहड़ी है फिनिश किया जाता है। इहदे विच डबल नीडल लगदी है, 2 नीडल्स लगदियां ने, और की हुंदा है फ्रंट ते बखिया आंदा और बैक साइड की हुंदी है इहदे जाली जी बन जाती है, ठीक है। उस तो बाद नैक्सट आंदा है तुहाडा लेटस हैम, ठीक है। लेटस हैम हुण तुसीं कहोगे मैडम ये तो पीको ही लग रही है, बट नहीं, जो पीकू और लेटस कर चुके हैं ये दोनों चीज़ां उन्हां लई अलग हुंदियां ने, और वो इन्हां दा डिफरेंस अच्छी तरह मतलब दस सकते हैं कि ये पीको है, ये लेटस है। लेटस उलेड़ी जिहड़ी है जदों आपां बच्चिआं दी फ्रॉकां दी फ्रिल्लां बनांदे आ ना उत्थे यूज करदे आ। ज्यादातर लेटस उलेड़ी कित्थे यूज हुंदी है? बच्चे दियां फ्रॉक्स ते, जिथे छोटियां छोटियां क्या है हैमिंग करनियां हुंदियां, कलरफुल थ्रेड लगांदे आ इहदे उपर, और तुहाडे को पिक्चर दिख रही होनी हैमिंग कर रहा है, पैर जो है हैमिंग करदा पिया है। लेटस और रोल्ड हैम दोनों च फर्क है, ये इको ही चीज नहीं हैगी, अलग अलग चीज है। ਜਦੋਂ ਸਾਨੂੰ ਦੋਨੋਂ ਚੀਜ਼ਾਂ ਬਾਰੇ ਪਤਾ ਹੁੰਦਾ ਤਾਂ ਅਸੀਂ ਕੀ ਹੈ ਇਹਦੀ ਪਿਕਚਰ ਦੇਖ ਕੇ ਜਾਂ ਇਹਦਾ ਟਾਂਕਾ ਦੇਖ ਕੇ ਵੀ ਜਜਮੈਂਟ ਕਰ ਸਕਦੇ ਹਾਂ ਕਿ ਇਹ ਪੀਕੋ ਕੀਤੀ ਹੋਈ ਆ ਔਰ ਲੇਟਸ ਉਲੇੜੀ ਕੀਤੀ ਹੋਈ ਆ। ਉਸ ਤੋਂ ਬਾਅਦ ਨੈਕਸਟ ਆਂਦਾ ਹੈ ਬਟਨ ਹੋਲ ਦੀਆਂ ਕਿਸਮਾਂ। ਹੁਣ ਬਟਨ ਹੋਲ ਕਿੰਨੇ ਤਰ੍ਹਾਂ ਦੇ ਹੁੰਦੇ ਆ ਮਸ਼ੀਨ ਦੇ ਵਿੱਚ? ਸਭ ਤੋਂ ਪਹਿਲਾ ਹੈਗਾ ਸੈਂਸਰ ਬਟਨ ਹੋਲ, ਗੋਲ ਐਂਡ ਬਟਨ ਹੋਲ, की बटन होल, गोल की बटन होल, ठीक है। 4 तरह ਦੀਆਂ ਜਿਹੜੀਆਂ ਕਿਸਮਾਂ ਨੇ ਉਹ ਬਟਨ ਹੋਲ ਦੇ ਵਿੱਚ ਮਸ਼ੀਨਾਂ ਦੇ ਵਿੱਚ ਆਉਂਦੀਆਂ ਨੇ। ਹੁਣ ਇੱਕ ਇੱਕ ਕਰਕੇ ਮੈਂ ਤੁਹਾਨੂੰ ਇਹ ਦੱਸੂਗੀ ਕਿ ਕੀ ਹੁੰਦੀਆਂ ਨੇ। ਸੈਂਸਰ ਬਟਨ ਹੋਲ। ਹੁਣ ਸੈਂਸਰ ਬਟਨ ਹੋਲ ਕੀ ਹੈ? ਸੈਂਸਰ ਬਟਨ ਹੋਲ ਇੱਕ ਮਸ਼ੀਨ ਹੈ ਜਿਹਦੇ ਵਿੱਚ ਸੈਂਸਰ ਲੱਗਾ ਹੁੰਦਾ ਹੈ। ਜਦੋਂ ਉਸ ਮਸ਼ੀਨ ਦੇ ਸੈਂਸਰ ਨੀਚੇ ਆਪਾਂ ਬਟਨ ਰੱਖ ਦਿੰਦੇ ਆ ਤਾਂ ਉਹ ਜੋ ਮਸ਼ੀਨ ਹੈ ਉਹਦੇ ਬਟਨ ਦਾ ਸਾਈਜ਼ ਨਾਪ ਕੇ ਉਸ ਨਾਪ ਦਾ ਕਾਜ ਕਰ ਦਿੰਦੀ ਹੈ, ਠੀਕ ਹੈ। ਉਹਦੇ ਸੈਂਸਰ ਮਤਲਬ ਕੀ ਕੰਮ ਕਰਦੇ ਆ ਔਰ ਉਹ ਬਟਨ ਦਾ ਸਾਈਜ਼ ਨਾਪ ਕੇ ਸੇਮ ਉਸ ਸਾਈਜ਼ ਦਾ ਕੀ ਹੈ ਕਾਜ ਕਰਦੀ ਹੈ, ਜਿਹਨੂੰ ਅਸੀਂ ਬੋਲਦੇ ਆ ਸੈਂਸਰ ਬਟਨ ਹੋਲ। ਵੀ ਸੈਂਸਰ ਬਟਨ ਹੋਲ ਦੇ ਨੀਚੇ ਬਟਨ ਰੱਖਿਆ, ਉਹਨੂੰ ਬਟਨ ਦਿਖਾਇਆ ਔਰ ਉਹਨੇ ਉਸ ਹਿਸਾਬ ਦਾ ਕਾਜ ਕਰ ਦਿੱਤਾ, ਉਸ ਸਾਈਜ਼ ਦਾ ਕਾਜ ਕਰ ਦਿੱਤਾ, ਨਾ ਛੋਟਾ ਕੀਤਾ ਨਾ ਵੱਡਾ ਕੀਤਾ, ਸੇਮ ਉਸ ਸਾਈਜ਼ ਦਾ ਕਾਜ ਕੀਤਾ। ਉਸ ਤੋਂ ਬਾਅਦ ਨੈਕਸਟ ਆਉਂਦੀ ਹੈ ਸਾਡੀ ਗੋਲ ਐਂਡ ਬਟਨ ਹੋਲ। ਹੁਣ ਗੋਲ ਐਂਡ ਬਟਨ ਹੋਲ ਕੀ ਹੈ? ਇਹ ਪਤਲੇ ਕੱਪੜਿਆਂ ਉੱਪਰ ਕੀਤਾ ਜਾਂਦਾ। ਗੋਲ ਬਟਨ ਹੋਲ ਜਿਹੜੇ ਪਤਲੇ ਬੱਚਿਆਂ ਦੇ ਗਰਮੀਆਂ ਦੇ ਕੱਪੜੇ ਬਣ ਕੇ ਆਉਂਦੇ ਨੇ, ਪਤਲੇ ਪਤਲੇ ਕਾਟਨ ਦੇ, ਉਹਨਾਂ ਉੱਪਰ ਰਾਉਂਡ ਹੈਮਿੰਗ ਕੀਤੀ ਜਾਂਦੀ ਹੈ। ਰਾਉਂਡ ਬਟਨ ਹੋਲ ਦੇ ਕੀ ਹੈ ਕਾਜ ਬਣਾਏ ਜਾਂਦੇ ਨੇ, ਬਿਲਕੁਲ ਰਾਉਂਡ ਹੁੰਦਾ ਹੈ, ਤਾਂ ਕਰਕੇ ਇਹਨੂੰ ਰਾਉਂਡ ਐਂਡ ਬਟਨ ਹੋਲ ਕਿਹਾ ਜਾਂਦਾ ਹੈ। ਪਤਲੇ ਕੱਪੜਿਆਂ ਉੱਪਰ ਯੂਜ਼ ਹੁੰਦਾ ਹੈ ਔਰ ਇਹ ਜ਼ਿਆਦਾਤਰ ਬੱਚਿਆਂ ਦੇ ਕੱਪੜਿਆਂ ਉੱਪਰ ਜਾਂ ਫਿਰ ਲੇਡੀਜ਼ ਦੀਆਂ ਜੋ ਪਤਲੇ ਕੱਪੜੇ ਦੀਆਂ ਨਾਈਟੀਜ਼ ਬਣਦੀਆਂ ਨੇ ਉਹਨਾਂ ਉੱਪਰ ਕੀ ਹੈ ਇਹ ਰਾਉਂਡ ਐਂਡ ਬਟਨ ਹੋਲ ਕੀਤਾ ਹੁੰਦਾ। ਉਸ ਤੋਂ ਬਾਅਦ ਨੈਕਸਟ ਆਂਦਾ ਹੈ ਤੁਹਾਡਾ ਕੀ ਹੋਲ ਬਟਨ ਹੋਲ। ਹੁਣ ਕੀ ਹੋਲ ਬਟਨ ਹੋਲ ਤੁਹਾਡੇ ਕੋਲ ਦੇਖੋ ਪਿਕਚਰ ਦਿਖ ਰਹੀ ਹੈ, ਇਹ ਹਲਕੇ ਭਾਰ ਵਾਲੇ ਨਾਜ਼ੁਕ ਫੈਬਰਿਕ ਜਿਹੜੇ ਹੁੰਦੇ ਆ ਉਹਨਾਂ ਉੱਪਰ ਕੀਤਾ ਜਾਂਦਾ। ਹਲਕਾ ਭਾਰ ਮਤਲਬ ਕਿ ਜਿਵੇਂ ਕਿ ਆਪਾਂ ਲੈ ਲੈਂਦੇ ਆ ਕੀ ਇਹਦਾ ਨਾਮ ਹੈ ਵੈਲਵਟ, ठीक है। वेलवेट ਦਾ ਪਤਲਾ ਜਿਹੜਾ ਫੈਬਰਿਕ ਹੁੰਦਾ ਉਹਦੇ ਉੱਪਰ ਕੀ ਹੈ ਕੀ ਬਟਨ ਹੋਲ ਕਰ ਦਿੰਦੇ ਆ। ਦੇਖੋ ਤੁਹਾਡੇ ਕੋਲ ਬਟਨ ਹੋਲ ਦੀ ਪਿਕਚਰ ਨਜ਼ਰ ਆ ਰਹੀ ਹੈ। ਜਾਂ ਕੋਈ ਹੋਰ ਜਿਹੜੇ ਹਲਕੇ ਭਾਰ ਵਾਲੇ ਫੈਬਰਿਕ ਹੁੰਦੇ ਆ, ਬਹੁਤੇ ਭਾਰੇ ਨਹੀਂ ਹੁੰਦੇ, ਆਪਾਂ ਉਹਦੇ ਉੱਪਰ ਕੀ ਬਟਨ ਹੋਲ ਜਿਹੜੇ ਆ ਬਣੇ ਹੋਏ ਆਂਦੇ ਆ। ਆਪਾਂ ਕਈ ਵਾਰ ਕੱਪੜਿਆਂ ਉੱਪਰ ਵੇਖਿਆ ਹੋਣਾ ਕੀ ਬਟਨ ਹੋਲ ਬਣਿਆ ਹੁੰਦਾ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਹੈਗਾ ਗੋਲ ਕੀ ਹੋਲ ਬਟਨ ਹੋਲ। ਹੁਣ ਰਾਉਂਡ ਕੀ ਹੋਲ ਬਟਨ ਹੋਲ ਕੀ ਹੈ? ਜਿਵੇਂ ਆਪਣੀ ਕੀ ਦਾ ਚਾਬੀ ਦੇ ਜੋ ਜਿਹਦੇ ਵਿੱਚ ਆਪਾਂ ਪਾਉਂਦੇ ਆ, ਜਿਹਦੇ ਚਾਬੀ ਲਗਾਉਂਦੇ ਆ, ਉਹਦੇ ਜਿਹੜਾ ਹੋਲ ਹੁੰਦਾ ਉੱਪਰੋਂ ਦੀ ਏਦਾਂ ਗੋਲ ਕਰਕੇ ਨੀਚੇ ਦੀ ਏਦਾਂ ਲੰਬਾ ਹੁੰਦਾ ਨਾ, ਰਾਉਂਡ ਹੁੰਦਾ ਉੱਪਰੋਂ ਦੀ। ਦੇਖੋ ਇਹ ਜਿਹੜੀ ਤੁਹਾਡੇ ਕੋਲ ਪਿਕਚਰ ਦਿਖ ਰਹੀ ਹੈ ਇਹਦੇ ਵਿੱਚ ਵੀ ਉਹ ਬਿਲਕੁਲ ਕੀ ਹੋਲ ਹੀ ਦਿਖਾ ਰਿਹਾ ਹੈ। ਉੱਪਰੋਂ ਦੀ ਉਹ ਰਾਉਂਡ, ਨੀਚੇ ਦੀ ਉਹ ਲੰਬਾ, ਔਰ ਇਹਦੇ 0.5 ਇੰਚ ਤੋਂ ਲੈ ਕੇ 2.0 ਇੰਚ ਤੱਕ ਕੀ ਹੈ ਸਾਈਜ਼ਸ ਅਲੱਗ-ਅਲੱਗ ਕੀ ਹੋਲ ਦੇ ਬਣਦੇ ਆ, ਠੀਕ ਹੈ। ਔਰ ਇਹ ਮੀਡੀਅਮ ਕੱਪੜਿਆਂ ਉੱਪਰ ਜਾਂ ਭਾਰ ਵਾਲੇ ਕੱਪੜਿਆਂ ਉੱਪਰ ਫੈਬਰਿਕ ਉੱਪਰ ਕੀ ਬਟਨ ਹੋਲ ਕੀਤਾ ਜਾਂਦਾ ਹੈ ਔਰ ਕੀ ਬਟਨ ਹੋਲ ਦੇ ਪ੍ਰਯੋਗ ਨਾਲ ਕੀ ਹੈ ਕਾਜ ਬਣਾਏ ਜਾਂਦੇ ਨੇ।
ਉਸ ਤੋਂ ਬਾਅਦ ਨੈਕਸਟ ਤੁਹਾਡਾ ਹੈਗਾ ਹੈ ਡਾਰਨਿੰਗ ਸਟਿਚ। ਹੁਣ ਡਾਰਨਿੰਗ ਸਟਿਚ ਤੁਹਾਡੇ ਕੋਲ ਪਿਕਚਰ ਦਿਖ ਰਹੀ ਹੈ ਕਿ ਡਾਰਨਿੰਗ ਸਟਿਚ ਕੀ ਹੈ, ਮਸ਼ੀਨ ਦੇ ਨਾਲ ਪਹਿਲਾਂ ਦੇਖੋ ਬਿਫੋਰ ਕੀ ਸੀਗਾ, ਉਹਦੇ ਵਿੱਚ ਮੋਰੀ ਸੀ ਹੈ ਨਾ, ਕੱਪੜੇ ਦੇ ਵਿੱਚ ਮੋਰੀ ਸੀ। ਉਸ ਤੋਂ ਬਾਅਦ ਕੀ ਕੀਤਾ, ਇਸੇ ਕੱਪੜੇ ਦਾ ਫੈਬਰਿਕ ਨੂੰ ਨੀਚੇਲੇ ਪਾਸੇ ਰੱਖ ਕੇ, ਠੀਕ ਹੈ, ਇਹਦਾ ਛੋਟਾ ਜਿਹਾ ਪੀਸ ਲੈ ਕੇ ਨੀਚਲੇ ਪਾਸੇ ਰੱਖ ਕੇ ਉਹਦੇ ਉੱਪਰ ਕੀ ਕਰ ਦਿੱਤਾ, ਡਾਰਨਿੰਗ ਕਰ ਦਿੱਤੀ, ਯਾਨੀ ਕਿ ਬੱਖੀਏ ਮਾਰ ਦਿੱਤੇ ਔਰ ਕੀਆ ਉਹਦਾ ਰਫੂ ਕਰ ਦਿੱਤਾ, ਯਾਨੀ ਡਾਰਨਿੰਗ ਕਰ ਦਿੱਤੀ। ਪਹਿਲਾਂ ਇੱਕ ਮੋਰੀ ਸੀ, ਉਸ ਤੋਂ ਬਾਅਦ ਮਸ਼ੀਨ ਦੇ ਨਾਲ ਰਫੂ ਕੀਤੀ ਯਾਨੀ ਡਾਰਨਿੰਗ ਕੀਤੀ, ਉਸ ਤੋਂ ਬਾਅਦ ਦੇਖੋ ਉਹਦੀ ਕੀ ਹੈ, ਹੋਲ ਨੂੰ ਬੰਦ ਕੀਤਾ ਹੋਇਆ, ਠੀਕ ਹੈ। ਇਹ ਜ਼ਿਆਦਾਤਰ ਛੇਕਾਂ ਦੀ, ਛੋਟੇ ਛੋਟੇ ਛੇਕਾਂ ਦੀ ਮੁਰੰਮਤ ਕਰਨ ਲਈ ਕੀ ਹੈ, ਡਾਰਨਿੰਗ ਸਟਿਚ ਦਾ ਇਸਤੇਮਾਲ ਕੀਤਾ ਜਾਂਦਾ ਹੈ, ਡਾਰਨਿੰਗ ਸਟਿਚ ਯੂਜ਼ ਹੁੰਦਾ ਹੈ। ਉਸ ਤੋਂ ਬਾਅਦ ਨੈਕਸਟ ਹੈਗਾ ਤੁਹਾਡਾ ਟੈਕਿੰਗ ਟਾਂਕਾ। ਹੁਣ ਟੈਕਿੰਗ ਟਾਂਕਾ ਕੀ ਹੈ, ਜਿੱਥੇ ਟੈਕਿੰਗ ਟਾਂਕਾ ਉੱਥੇ ਯੂਜ਼ ਹੁੰਦਾ ਹੈ ਜਿੱਥੇ ਭਾਰੇ ਫੈਬਰਿਕ ਔਰ ਸਾਨੂੰ ਮਜ਼ਬੂਤੀ ਦੀ ਲੋੜ ਹੁੰਦੀ ਹੈ, ਠੀਕ ਹੈ, ਮੋਟਾ ਫੈਬਰਿਕ ਹੈ ਔਰ ਸਾਨੂੰ ਟਾਂਕੇ 'ਚ ਮਜ਼ਬੂਤੀ ਚਾਹੀਦੀ ਹੈ, ਉੱਥੇ ਅਸੀਂ ਕਿਹੜਾ ਸਟਿਚ ਯੂਜ਼ ਕਰਨਾ, ਟੈਕਿੰਗ ਸਟਿਚ। ਇਹ ਜ਼ਿਆਦਾਤਰ ਕਿਹਦੇ ਵਿੱਚ ਹੁੰਦਾ, ਜੈਂਟਸ ਕੱਪੜਿਆਂ ਵਿੱਚ, ਜੀਨਾਂ ਜੂਨਾਂ ਉੱਪਰ, ਜਿਹੜਾ ਜੀਨ ਦਾ ਫੈਬਰਿਕ ਹੁੰਦਾ ਉਹਦੇ ਉੱਪਰ ਆਪਾਂ ਨੂੰ ਮਜ਼ਬੂਤੀ ਚਾਹੀਦੀ ਹੁੰਦੀ, ਲੇਡੀਜ਼ ਜੀਨ ਉੱਪਰ ਖਾਸ ਕਰਕੇ ਮਜ਼ਬੂਤੀ ਚਾਹੀਦੀ ਹੈ, ਕਿਉਂਕਿ ਲੇਡੀਜ਼ ਜੀਨ ਦਾ ਕੱਪੜਾ ਕੀ ਹੁੰਦਾ, ਸਟ੍ਰੈਚੇਬਲ ਕੱਪੜਾ ਹੁੰਦਾ, ਠੀਕ ਹੈ। ਔਰ ਉਹਦੇ ਉੱਪਰ ਕਿਹੜੀ ਸਟਿਚ ਲੱਗਿਆ ਹੁੰਦਾ, ਟੈਕਿੰਗ ਸਟਿਚ ਦੇ ਨਾਲ ਉਹਦੀ ਜੀਨ ਦੀ ਪੂਰੀ ਸਾਰੀ ਸਟਿਚਿੰਗ ਕੀਤੀ ਹੁੰਦੀ ਹੈ ਔਰ ਸਟ੍ਰੈਚੇਬਲ ਵੀ ਹੁੰਦੀ ਹੈ ਔਰ ਕੀ ਹੁੰਦੀ ਹੈ, ਮਜ਼ਬੂਤ ਵੀ ਹੁੰਦੀ ਹੈ, ਤਾਂ ਜੋ ਜੀਨ ਜਲਦੀ ਫਟਦੀ ਨਹੀਂ। ਤੁਸੀਂ ਵੇਖਿਆ ਹੋਣਾ ਆਪਣੀ ਜੀਨ ਦੇ ਕੱਪੜੇ ਘਸ ਜਾਂਦੇ ਆ ਪਰ ਸਲਾਈਆਂ ਨਹੀਂ ਟੁੱਟਦੀਆਂ, ਕਿਉਂ ਨਹੀਂ ਟੁੱਟਦੀਆਂ, ਕਿਉਂਕਿ ਟੈਕਿੰਗ ਉਹਦੇ ਉੱਪਰ ਯੂਜ਼ ਕੀਤਾ ਹੁੰਦਾ। ਉਸ ਤੋਂ ਬਾਅਦ ਹੈ ਨੈਕਸਟ ਤੁਹਾਡਾ ਆਈਲੈਟ ਹੋਲ। ਹੁਣ ਆਈਲੈਟ ਹੋਲ ਕੀ ਹੈ, ਆਈਲੈਟ ਹੋਲ ਮਸ਼ੀਨ ਦੇ ਵਿੱਚ ਕੀ ਹੈ, ਛੇਕ ਬਣਾਉਂਦਾ। ਆਈਲੈਟ ਕੀ ਹੁੰਦਾ, ਹੋਲ, ਉਹਦੇ ਉੱਪਰ ਕੀ ਬਣਦਾ ਹੈ, ਛੇਕ, ਕੱਪੜੇ ਦੇ ਉੱਪਰ ਕੀ ਬਣਾਉਂਦਾ, ਛੇਕ ਬਣਾਉਂਦਾ ਹੈ ਉਹ। ਕੱਪੜੇ ਦੇਖੋ ਤੁਹਾਡੇ ਕੋਲ ਪਿਕਚਰ ਦਿਖ ਰਹੀ ਹੈ ਆਈਲੈਟ ਹੋਲ ਦੀ, ਕਿ ਕੀ ਕੀਤਾ ਉਹਨਾਂ ਨੇ, ਮਸ਼ੀਨ ਨੇ ਕਿਆ ਕੀਤਾ, ਹੋਲ ਬਣਾ ਦਿੱਤਾ, ਉਹਦੀ ਇੱਕ ਆਈਲੈਟ ਬਣਾ ਦਿੱਤਾ, ਠੀਕ ਹੈ, ਆਈਲੈਟ ਹੋਲ ਕਰ ਦਿੱਤਾ ਔਰ ਉਹਦੇ ਕਿਨਾਰਿਆਂ ਨੂੰ ਕੀ ਹੈ, ਫਿਨਿਸ਼ ਕਰ ਦਿੱਤਾ, ਠੀਕ ਹੈ। ਇਹ ਜਿਹੜਾ ਆਈਲੈਟ ਹੋਲ ਹੈ ਇਹ ਜ਼ਿਆਦਾਤਰ ਹੋਲਸ ਕਰਨ ਦੇ ਕੰਮ ਆਉਂਦਾ, ਮਸ਼ੀਨ ਦੇ ਵਿੱਚ ਹੋਲਿੰਗ ਕਰਨ ਦੇ ਕੰਮ ਆਉਂਦਾ। ਉਸ ਤੋਂ ਬਾਅਦ ਨੈਕਸਟ ਹੈਗਾ ਤੁਹਾਡਾ ਸਾਟਨ ਟਾਂਕਾ। ਹੁਣ ਸਾਟਨ ਸਟਿਚ ਤੁਹਾਡੇ ਕੋਲ ਇੱਥੇ ਦਿਖ ਰਿਹਾ ਹੈ ਕਿ ਪਿਕਚਰ ਦੇ ਵਿੱਚ ਕਈ ਸਾਟਨ ਦੀਆਂ ਫਾਰਮੈਟਸ ਪਈਆਂ ਹੋਈਆਂ ਹੈ ਨਾ, ਕਈ ਸਾਟਨ ਦੇ ਸ਼ੇਪਸ ਪਈਆਂ ਹੋਈਆਂ ਨੇ, ਕਈ ਸਾਟਨ ਸਟਿਚ ਦੇ ਪੈਟਰਨ ਪਏ ਹੋਏ ਆ ਤੁਹਾਡੇ ਕੋਲ ਇੱਥੇ। ਇਹ ਕਿੱਥੇ ਯੂਜ਼ ਹੁੰਦੇ, ਕੰਬਲ ਦੇ ਕਿਨਾਰਿਆਂ ਤੇ ਸਜਾਵਟ ਲਈ ਕੀ ਹੈ, ਇਹਨਾਂ ਟਾਂਕਿਆਂ ਨੂੰ, ਇਹਨਾਂ ਪੈਟਰਨਸ ਨੂੰ ਯੂਜ਼ ਕੀਤਾ ਜਾਂਦਾ। ਸਾਟਨ ਸਟਿਚ ਨੂੰ ਉਦੋਂ ਯੂਜ਼ ਕੀਤਾ ਜਾਂਦਾ ਜਦੋਂ ਜਾਂ ਤਾਂ ਡਿਜ਼ਾਈਨਿੰਗ ਕਰਨੀ ਹੈ ਜਾਂ ਫਿਰ ਕਿਸੇ ਕਿਨਾਰੇ ਨੂੰ ਪੱਕਾ ਕਰਨਾ ਹੈ। ਜ਼ਿਗਜ਼ੈਗਿੰਗ ਸਟਿਚ ਹੈ, ਪਰ ਸਾਟਨ ਸਟਿਚ ਕੀ ਹੁੰਦਾ, ਜ਼ਿਗਜ਼ੈਗਿੰਗ ਥੋੜੀ ਦੂਰ ਦੂਰ ਹੁੰਦੀ ਹੈ, ਸਾਟਨ ਬਿਲਕੁਲ ਕਲੋਜ਼ਲੀ ਹੋ ਜਾਂਦੀ ਹੈ ਔਰ ਇਹਨਾਂ ਨੂੰ ਕੱਪੜਿਆਂ ਉੱਪਰ ਬਹੁਤ ਵਧੀਆ ਤਰੀਕੇ ਦੇ ਨਾਲ ਇਸਤੇਮਾਲ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਨੈਕਸਟ ਆਉਂਦਾ ਹੈ ਤੁਹਾਡਾ ਕਿਨਾਰੇ ਫਿਨਿਸ਼ਿੰਗ, ਯਾਨੀ ਕਿ ਐਜ ਫਿਨਿਸ਼ਿੰਗ। ਹੁਣ ਐਜ ਫਿਨਿਸ਼ਿੰਗ ਅਸੀਂ ਕਿੰਨੇ ਤਰੀਕਿਆਂ ਨਾਲ ਕਰ ਸਕਦੇ ਹਾਂ, ਸੈਡਲ ਸਟਿਚ, ਡਬਲ ਓਵਰ ਐਜ ਸਟਿਚ, ਓਵਰਲੌਕ ਸਟਿਚ, ਸ਼ੈਲ ਟਕ ਸਟਿਚ। ਹੁਣ ਇਹ ਸਾਰੇ ਕੀ ਹੈਗੇ ਆ, ਹੁਣ ਇੱਕ ਇੱਕ ਕਰਕੇ ਮੈਂ ਤੁਹਾਨੂੰ ਦੱਸਦੀ ਹਾਂ ਕਿ ਇਹ ਸਾਰੇ ਕੀ ਹੈਗੇ ਆ। ਸੈਡਲ ਟਾਂਕਾ, ਹੁਣ ਸੈਡਲ ਟਾਂਕਾ ਤੁਹਾਡੇ ਕੋਲ ਪਿਕਚਰ ਦਿਖ ਰਹੀ ਹੋਣੀ ਹੈ, ਸੈਡਲ ਸਟਿਚ ਹੈਗਾ ਜੰਜੀਰੀ ਟਾਂਕਾ। ਮਸ਼ੀਨ ਕੀ ਹੈ, ਜੰਜੀਰੀ ਬਣਾਉਂਦੀ ਹੈ ਔਰ ਇਹ ਕਿੱਥੇ ਯੂਜ਼ ਹੁੰਦਾ, ਲੈਦਰ ਦੇ ਉੱਪਰ ਯੂਜ਼ ਹੁੰਦਾ। ਇਹ ਜੋ ਸਟਿਚ ਹੈ ਸੈਡਲ ਟਾਂਕਾ, ਇਹ ਲੈਦਰ ਦੇ ਪਰਸ ਬਣਦੇ ਆ, ਲੈਦਰ ਦੀ ਜੈਕਟ ਬਣਦੀ ਆ ਜਾਂ ਕੋਈ ਲੈਦਰ ਦਾ ਕੰਮ ਹੁੰਦਾ, ਉਹਦੇ ਉੱਪਰ ਇਹ ਚੇਨ ਸਟਿਚ ਕੀ ਹੈ, ਚੇਨ ਸਟਿਚ ਵਾਲਾ ਟਾਂਕਾ ਜੋ ਸੈਡਲ ਟਾਂਕਾ ਯੂਜ਼ ਕਰਕੇ ਕੀ ਹੈ, ਇਹ ਚੀਜ਼ਾਂ ਬਣਾਈਆਂ ਜਾਂਦੀਆਂ ਨੇ। ਉਸ ਤੋਂ ਬਾਅਦ ਨੈਕਸਟ ਆਉਂਦਾ ਡਬਲ ਓਵਰ ਐਜ ਸਟਿਚ। ਹੁਣ ਡਬਲ ਓਵਰ ਐਜ ਸਟਿਚ ਕੀ ਹੈ, ਕਿਨਾਰਿਆਂ ਦੀ ਫਿਨਿਸ਼ਿੰਗ ਕਰਨ ਲਈ ਕੀ ਹੈ, ਇਹ ਸਟਿਚ ਯੂਜ਼ ਕੀਤਾ ਜਾਂਦਾ, ਮਤਲਬ ਕਿ ਕਿਨਾਰਿਆਂ ਨੂੰ ਫਿਨਿਸ਼ ਕੀਤਾ ਜਾਂਦਾ ਇਹਦੇ ਨਾਲ। ਇਹਦੇ ਡਬਲ ਵਾਰ ਟਾਂਕੇ ਵੱਜਦੇ ਆ ਔਰ ਕੀ ਹੈ, ਐਜ ਫਿਨਿਸ਼ ਹੋ ਜਾਂਦੀ ਹੈ, ਐਜ ਕਵਰ ਹੋ ਜਾਂਦੀ ਹੈ, ਐਜ ਮਤਲਬ ਕਿਨਾਰਾ ਕਵਰ ਹੋ ਜਾਂਦਾ ਹੈ। ਇਹ ਜੋ ਸਟਿਚ ਹੈ ਫੈਬਰਿਕ ਉੱਪਰ ਵਰਤਿਆ ਜਾਂਦਾ ਹੈ ਜਿੱਥੇ ਕਿਨਾਰਿਆਂ ਨੂੰ ਆਪਾਂ ਫਿਨਿਸ਼ਿੰਗ ਦੇਣੀ ਹੈ, ਫਿਨਿਸ਼ ਕਰਨਾ ਹੈ ਔਰ ਇਸ ਟਾਂਕੇ ਦੇ ਨਾਲ ਕਾਫੀ ਆਪਣੇ ਰੈਡੀਮੇਡ ਫੈਬਰਿਕ ਜਿਹੜੇ ਆ ਫਿਨਿਸ਼ ਹੋ ਕੇ ਆਉਂਦੇ ਆ। ਉਸ ਤੋਂ ਬਾਅਦ ਨੈਕਸਟ ਆਪਣਾ ਸਟਿਚ ਆਉਂਦਾ ਹੈ ਓਵਰਲੌਕ ਸਲਾਈ। ਹੁਣ ਓਵਰਲੌਕ ਸਟਿਚ ਤੁਹਾਨੂੰ ਪਤਾ ਹੀ ਹੈ ਕਿ ਕਿਨਾਰੇ ਫਿਨਿਸ਼ ਕਰਨ ਦੇ ਲਈ ਓਵਰਲੌਕ ਸਟਿਚ ਯੂਜ਼ ਹੁੰਦਾ ਹੈ। ਉਹਦੇ ਨਾਲ ਬਲੇਡ ਵੀ ਲੱਗਾ ਹੁੰਦਾ ਹੈ ਜੋ ਕਿ ਨਾਲ ਕੱਪੜੇ
ਜਾਂਦਾ ਹੈ ਔਰ ਨਾਲ ਓਵਰਲॉक ਹੋਈ ਜਾਂਦੀ ਹੈ। ਕੱਪੜੇ ਦੀ ਫਿਨਿਸ਼ਿੰਗ ਇੱਕਦਮ ਵਧੀਆ ਆਉਂਦੀ ਹੈ, ਕੋਈ ਧਾਗਾ ਨਹੀਂ ਨਿਕਲਦਾ, ਕੋਈ ਕੁਛ ਨਹੀਂ ਨਿਕਲਦਾ, ਸਿੱਧੇ ਪਾਸਿਓਂ ਵੀ ਕੱਪੜਾ ਫਿਨਿਸ਼ ਲੱਗਦਾ, ਬੈਕ ਪਾਸਿਓਂ ਵੀ ਕੱਪੜਾ ਫਿਨਿਸ਼ ਲੱਗਦਾ। ਇਹ 3 ਰੀਲਾਂ ਦੇ ਵਿੱਚ 4 ਰੀਲਾਂ ਦੇ ਵਿੱਚ मतलब 3 ਕੋਨ ਵਾਲੀ ਓਵਰਲॉक ਮਸ਼ੀਨ ਔਰ 4 ਕੋਨਾਂ ਵਾਲੀ ਓਵਰਲॉक ਮਸ਼ੀਨ ਜਿਹੜੀ ਆਂਦੀ ਹੈ ਔਰ ਅਸੀਂ ਇਹਦੇ ਨਾਲ ਕੀ ਹੈ ਕਿਨਾਰਿਆਂ ਨੂੰ ਫਿਨਿਸ਼ ਕਰ ਸਕਦੇ ਹਾਂ। ਪਿਕਚਰ ਵਿੱਚ ਤੁਹਾਨੂੰ ਦਿਖਾਇਆ ਹੋਇਆ ਹੈ ਕਿ ਦੇਖੋ ਓਵਰਲॉक ਕਿਨਾਰਿਆਂ ਦੇ ਨਾਲ ਕਿੰਨੀ ਸਫਾਈ ਦੇ ਨਾਲ ਕੀ ਹੈ ਏਦਾਂ ਲੂਪ ਜੇ ਬਣਦੇ ਹੋਏ ਕੀ ਆ ਟਾਂਕੇ ਨੂੰ ਫਿਨਿਸ਼ ਕਰ ਦਿੱਤਾ, ਕੱਪੜੇ ਨੂੰ ਫਿਨਿਸ਼ ਕਰ ਦਿੱਤਾ। ਉਸ ਤੋਂ ਬਾਅਦ ਨੈਕਸਟ ਆਂਦਾ ਹੈ ਸ਼ੈਲ ਟਕ ਸਲਾਈ। ਹੁਣ ਸ਼ੈਲ ਟਕ ਸਲਾਈ ਕੀ ਹੁੰਦੀ ਹੈ? ਸ਼ੈਲ ਟਕ ਸਲਾਈ ਹੈਗੀ ਹੈ ਸਜਾਵਟੀ ਸਲਾਈ। ਹੁਣ ਤੁਹਾਡੇ ਕੋਲ ਜੋ ਪਿਕਚਰ ਦਿਖ ਰਹੀ ਹੈ ਉਹਦੇ ਵਿੱਚ ਸ਼ੈਲ ਟਕਸ ਬਣੇ ਹੋਏ, ਟਕਸ ਬਣੇ ਹੋਏ ਸ਼ੈਲ, ਠੀਕ ਹੈ, ਏਦਾਂ ਏਦਾਂ ਕਰਕੇ ਕਟਾਵ ਵਾਲੇ ਟਕਸ ਬਣੇ ਹੋਏ ਨੇ ਜਿਹਨੂੰ ਆਪਾਂ ਬੋਲਦੇ ਹਾਂ ਸ਼ੈਲ ਟਕਸ। ਹੁਣ ਦੇਖੋ ਤੁਹਾਡੇ ਕੋਲ ਜਿਹੜੀ ਪਿਕਚਰ ਹੈ ਉਹਦੇ ਵਿੱਚ ਬਖੀਆ ਵੱਜ ਰਿਹਾ, ਬਖੀਆ ਵੱਜ ਰਿਹਾ ਔਰ ਕੱਪੜੇ ਨੂੰ ਕੀ ਹੈ ਇੱਕ ਟਾਂਕੇ ਦੇ ਨਾਲ ਉਹਨੇ ਇਕੱਠਾ ਵੀ ਕੀਤਾ ਹੋਇਆ, ਫਿਰ 3-4 ਬੱਖੀ ਆ ਰਿਹਾ, ਫਿਰ ਟਾਂਕੇ ਨਾਲ ਇਕੱਠਾ ਕੀਤਾ, ਕਿਉਂਕਿ ਮਸ਼ੀਨੀ ਸਿਲਾਈ ਹੈ ਉਹ ਆਪਣੇ ਪ੍ਰੋਪਰ ਸਟਿਚ ਲੈਂਦੀ ਹੋਈ ਕੀ ਹੈ ਸ਼ੈਲ ਟਕ ਬਣਾਉਗੀ, ਪ੍ਰੋਪਰ ਸਟਿਚਿੰਗ ਕਰਦੀ ਹੋਈ ਸ਼ੈਲ ਟਕ। ਕੋਈ ਵੱਡਾ ਨਹੀਂ ਹੋਏਗਾ, ਕੋਈ ਛੋਟਾ ਨਹੀਂ ਹੋਏਗਾ, ਸਾਰੇ ਟਕ ਇੱਕ ਬਰਾਬਰ ਆਣਗੇ, ਇੱਕ ਬਰਾਬਰ ਕਟਾਂ ਬਣਨਗੇ, ਠੀਕ ਹੈ। ਇਹ ਸਿਲਾਈ ਦੇ ਨਾਲ ਆਪਾਂ ਕੀ ਕਰ ਸਕਦੇ ਹਾਂ, ਫਰੋਕਾਂ ਦੀ ਸਟਿਚਿੰਗ ਕਰ ਸਕਦੇ ਹਾਂ, ਡਿਜ਼ਾਈਨਿੰਗ ਕਰ ਸਕਦੇ ਹਾਂ, ਬੱਚਿਆਂ ਦੇ ਗਾਰਮੈਂਟਸ ਕੀ ਹੈ ਸਜਾਵਟ ਉਹਨਾਂ ਦੀ ਕਰ ਸਕਦੇ ਹਾਂ। ਸ਼ੈਲ ਟਕ ਸਿਲਾਈ ਬਹੁਤ ਵਧੀਆ ਸਿਲਾਈ ਹੈਗੀ ਹੈ। ਉਸ ਤੋਂ ਬਾਅਦ ਨੈਕਸਟ ਆਂਦੀ ਹੈ ਐਪਲਿਕ ਸਟਿਚ। ਹੁਣ ਐਪਲਿਕ ਸਟਿਚ ਕੀ ਹੈ? ਐਪਲਿਕ ਸਟਿਚ ਆਪਾਂ ਯੂਜ਼ ਕਰਦੇ ਆ ਮਸ਼ੀਨ ਦੇ ਵਿੱਚ। ਹੁਣ ਦੇਖੋ ਤੁਹਾਡੇ ਕੋਲ ਪਿਕਚਰ ਦਿਖ ਰਹੀ ਆ, ਮਸ਼ੀਨ ਕੀ ਆ ਬਟਨ ਹੋਲ ਟਾਂਕੇ ਦੀ ਤਰ੍ਹਾਂ ਟਾਂਕਾ ਲੈਂਦੀ ਜਾ ਰਹੀ ਹੈ ਔਰ ਕੀ ਹੈ ਐਪਲਿਕ ਨੂੰ ਕੱਪੜੇ ਉੱਪਰ ਜੋੜੀ ਜਾ ਰਹੀ ਹੈ, ਠੀਕ ਹੈ। ਆਪਾਂ ਕੀ ਕਰਦੇ ਆ ਇਹਦੇ ਵਿੱਚ ਕਈ ਤਰ੍ਹਾਂ ਦੇ ਆਪਾਂ ਟਾਂਕੇ ਯੂਜ਼ ਕਰ ਸਕਦੇ ਆ ਐਪਲਿਕ ਵਿੱਚ। ਜਿਵੇਂ ਇੱਥੇ ਪਿਕਚਰ ਦੇ ਵਿੱਚ ਉਹ ਬਟਨ ਹੋਲ ਦੀ ਤਰ੍ਹਾਂ ਦਾ ਲੰਬੇ ਲੰਬੇ ਟਾਂਕੇ ਲੈ ਰਿਹਾ, ਚਾਹੋ ਤਾਂ ਤੁਸੀਂ ਜ਼ਿਗਜ਼ੈਗ ਟਾਂਕਿਆਂ ਦੇ ਨਾਲ ਇਹਨੂੰ ਐਪਲਿਕ ਨੂੰ ਅਟੈਚ ਕਰ ਸਕਦੇ ਹੋ, ਨਹੀਂ ਉਹ ਵੀ ਕਰਨਾ ਚਾਹੁੰਦੇ ਤਾਂ ਤੁਸੀਂ ਕੀ ਕਰ ਸਕਦੇ ਹੋ ਸਾਟਨ ਦੇ ਸਟਿਚਸ ਦੇ ਨਾਲ ਕਲੋਜ਼ਲੀ ਸਾਟਨ ਸਟਿਚਸ ਦੇ ਨਾਲ ਕੀ ਹੈ ਤੁਸੀਂ ਇਸ ਕੱਪੜੇ ਨੂੰ ਫੈਬਰਿਕ ਨੂੰ ਐਪਲਿਕ ਨੂੰ ਉੱਪਰ ਫੈਬਰਿਕ ਦੇ ਜੋੜ ਸਕਦੇ ਹੋ। ਉਸ ਤੋਂ ਬਾਅਦ ਨੈਕਸਟ ਤੁਹਾਡਾ ਸਟਿਚ ਆਂਦਾ ਹੈ ਡੈਕੋਰੇਟਿਵ ਸਟਿਚਸ। ਹੁਣ ਡੈਕੋਰੇਟਿਵ ਸਟਿਚਸ ਕੀ ਹੁੰਦੇ ਆ? ਡੈਕੋਰੇਟਿਵ ਹੁੰਦੇ ਆ ਜਿਨ੍ਹਾਂ ਨਾਲ ਅਸੀਂ ਕੱਪੜੇ ਨੂੰ ਸਜਾ ਸਕਦੇ ਹਾਂ, ਠੀਕ ਹੈ। ਹੁਣ ਸਜਾਵਟੀ ਜਿਹੜੇ ਟਾਂਕੇ ਹੁੰਦੇ ਆ ਉਹਨਾਂ ਨੂੰ ਅਸੀਂ 2 ਹਿੱਸਿਆਂ ਵਿੱਚ ਡਿਵਾਈਡ ਕਰਦੇ ਆ। ਮਸ਼ੀਨ ਦੇ ਵਿੱਚ ਅਸੀਂ ਕੀ ਆ ਸਜਾਵਟੀ ਹਿੱਸਿਆਂ ਨੂੰ 2 ਸ਼੍ਰੇਣੀਆਂ ਚ ਵੰਡ ਦਿੰਦੇ ਆ, ਓਪਨ ਸਟਿਚਸ ਔਰ ਕਲੋਜ਼ਡ ਸਟਿਚਸ, ਠੀਕ ਹੈ। ਡੈਂਸ ਜਾਂ ਕਲੋਜ਼ਡ ਜਾਂ ਸਾਟਨ ਸਟਿਚ, ਠੀਕ ਹੈ। ਓਪਨ ਸਟਿਚ ਕੀ ਹੁੰਦੇ ਆ ਉਹ ਦੇਖਦੇ ਆਪਾਂ। ਓਪਨ ਸਟਿਚ ਕੀ ਹੁੰਦੇ ਆ? ਓਪਨ ਸਟਿਚ ਹੁੰਦੇ ਆ ਜਿਹੜੇ ਟਾਂਕੇ ਖੁੱਲੇ ਖੁੱਲੇ ਯੂਜ਼ ਹੋ ਰਹੇ ਆ, ਮਤਲਬ ਕਿ ਉਹਨਾਂ ਵਿੱਚ ਵਿਡਥ ਹੈਗੀ ਆ, ਉਹਨਾਂ ਚ ਗੈਪ ਹੈਗਾ। ਟਾਂਕਾ ਤਾਂ ਉਹੀ ਬਾਰ-ਬਾਰ ਆ ਰਿਹਾ, ਇੱਕ ਪੈਟਰਨ ਚੂਜ਼ ਕੀਤਾ ਤੁਸੀਂ, ਉਹੀ ਪੈਟਰਨ ਬਾਰ-ਬਾਰ ਬਣਿਆ ਆ ਰਿਹਾ, ਬਟ ਉਹਦੇ ਵਿੱਚ ਗੈਪਿੰਗ ਹੈ, ਠੀਕ ਹੈ, ਇੱਕ ਗੈਪ ਬਣਿਆ ਹੋਇਆ, ਕਲੋਜ਼ ਨਹੀਂ ਹੈਗਾ। ਇਹ ਜਿਹੜੇ ਖੁੱਲੇ ਖੁੱਲੇ ਟਾਂਕੇ ਹੁੰਦੇ ਆ ਕਈ ਤਰ੍ਹਾਂ ਦੇ ਆ ਸਕਦੇ ਆ, ਠੀਕ ਹੈ। ਇਹਦੇ ਵਿੱਚ ਬਹੁਤ ਸਾਰੇ ਪੈਟਰਨਸ ਹੁੰਦੇ ਆ ਜਿਹੜੇ ਅਸੀਂ ਬਣਾ ਸਕਦੇ ਆ ਖੁੱਲੇ ਖੁੱਲੇ ਤਰੀਕਿਆਂ ਦੇ ਵਿੱਚ। ਇਹਨੂੰ ਕੱਪੜੇ ਉੱਪਰ ਕੀ ਹੈ ਡੈਕੋਰੇਸ਼ਨ ਲਈ ਵਰਤ ਸਕਦੇ ਆ, ਕਿਨਾਰਿਆਂ ਦੇ ਉੱਪਰ ਜਾਂ ਫਿਰ ਅਸੀਂ ਕੱਪੜੇ ਦੇ ਬੋਡੀ ਦੇ ਉੱਪਰ ਡੈਕੋਰੇਸ਼ਨ ਕਰਨੀ ਹੈ, ਮਤਲਬ ਕਿ ਕਿਸੇ ਵੀ ਤਰ੍ਹਾਂ ਦੀ ਡੈਕੋਰੇਸ਼ਨ ਚਾਹੁੰਦੇ ਆ ਤਾਂ ਅਸੀਂ ਇਹਨਾਂ ਟਾਂਕਿਆਂ ਨੂੰ ਯੂਜ਼ ਕਰ ਸਕਦੇ ਹਾਂ। ਉਸ ਤੋਂ ਬਾਅਦ ਹੈਗਾ ਸੁਝਾ। ਓਪਨ ਡੈਕੋਰੇਟਿਵ ਸਟਿਚ ਕਰਦੇ ਸਮੇਂ ਸੁਝਾ ਕੀ ਵਰਤਨੇ ਨੇ? ਅਸੀਂ ਆਪਣੇ ਪ੍ਰੋਜੈਕਟ ਲਈ ਸਹੀ ਕਿਸਮ ਦੇ ਸਟੈਬਲਾਈਜ਼ਰ ਦੀ ਵਰਤੋਂ ਕਰਕੇ ਆਪਣੇ ਪ੍ਰੋਜੈਕਟ ਨੂੰ ਸਜਾਵਟੀ ਸਿਲਾਈ ਲਈ ਤਿਆਰ ਕਰਨਾ ਯਾਦ ਰੱਖੋ, ਠੀਕ ਹੈ। ਸਟੈਬਲਾਈਜ਼ਰ ਕੀ ਹੁੰਦੇ? ਸਹੀ ਕਿਸਮ ਦਾ ਪੈਰ। ਜਦੋਂ ਵੀ ਅਸੀਂ ਇਹ ਓਪਨ ਡੈਕੋਰੇਟਿਵ ਸਟਿਚ ਯੂਜ਼ ਕਰਨੇ ਨੇ ਤਾਂ ਅਸੀਂ ਸਹੀ ਪੈਰ ਦੀ ਚੋਣ ਕਰਨੀ ਆ ਔਰ ਸਹੀ ਪੈਰ ਦੀ ਚੋਣ ਕਰਕੇ ਹੀ ਆਪਾਂ ਜਿਹੜੇ ਆ ਸਹੀ ਸਟਿਚਸ ਪਾਣੇ ਨੇ, ਡੈਕੋਰੇਟਿਵ ਸਟਿਚਸ ਪਾਣੇ ਨੇ। ਉਸ ਤੋਂ ਬਾਅਦ ਹੈਗਾ ਤੁਹਾਡੀ ਸਿਲਾਈ ਮਸ਼ੀਨ ਦੀ ਸੂਈ ਤੁਹਾਡੇ ਟਾਂਕੇ ਤੇ ਬਹੁਤ ਪ੍ਰਭਾਵ ਪਾਉਂਦੀ ਹੈ। ਇਹ ਸੁਨਿਸ਼ਚਿਤ ਕਰੋ ਕਿ ਜਿਹੜੀ ਫੈਬਰਿਕ ਤੁਸੀਂ ਸਿਲਾਈ ਕਰ ਰਹੇ ਹੋ ਉਸ ਲਈ ਇੱਕ ਨਵੀਂ ਸੂਈ ਦੀ ਕਿਸਮ ਅਤੇ ਆਕਾਰ ਦੀ ਵਰਤੋਂ ਕਰੋ, ਠੀਕ ਹੈ। ਹੁਣ ਕਿਉਂਕਿ ਇਹ ਜਿਹੜੇ ਸਟਿਚਸ ਹੈ
अगर स्टिच खराब हो जाते हैं तो तुहाडा पूरा जिहड़ी स्टिचिंग है खराब हो जाएगी। इसलिए असी की करना है, नवी सूई का इस्तेमाल करना है जदों असी ओपन डेकोरेटिव स्टिचेस करने हैं, क्योंकि ਇਹਦਾ एक भी टांका अगर खराब हो जाता है तो की हुंदा है, पैटर्न सारा गलत जिहा लगन लग जाता, खराब लगन लग जाता। इस करके ओपन डेकोरेटिव स्टिचेस करन लगे इस गल्लां नूं अपने ध्यान च रखना है। उस तो बाद नेक्स्ट हैगा क्योंकि खुले टांके तुहाडे प्रोजेक्ट ते संघणे ਜਾਂ ਸੰਘਣੇ ਝੁੰਡ ਨੂੰ ਨਹੀਂ ਬਣਾਉਂਦੇ, ਤੁਸੀਂ ਉਹੀ ਧਾਗਾ ਬੋਬਿਨ ਵਿੱਚ ਵਰਤ ਸਕਦੇ ਹੋ ਜਿਵੇਂ ਕਿ ਤੁਸੀਂ ਚੋਟੀ ਦੇ ਥ੍ਰੈਡ ਤੇ ਵਰਤ ਰਹੇ ਹੋ। ਠੀਕ ਹੈ, ਹੁਣ ਇਹਦਾ ਕੋਈ ਪ੍ਰਭਾਵ ਨਹੀਂ ਹੁੰਦਾ ਬਖੀਏ ਦੇ ਨਾਲ, क्योंकि डिजाइनिंग करनी है, बखिए नाल कोई रिलेटेड नहीं हुंदा। अगर तुसी ऊपर जिस तरह दा अगर तुसी सिल्की थ्रेड यूज कर रहे हो तो तुसी ओही सेम थ्रेड की है नीचे बॉबिन विच भी यूज कर सकते हो। ठीक है, अपनी फिरकी विच भी ओही थ्रेड यूज कर सकते हो, जरूरी नहीं कि तुसी ओदे वास्ते फिरकी वास्ते धागा अलग ही लेना। ठीक है, फिर उस तो बाद हमेशा पहला एक टेस्ट सिलाई चलाओ अपने प्रोजेक्ट दे स्टेबलाइजर ना फैब्रिक दे स्क्रैप दी वरतों करो। हुण जदों भी तुसी कोई डिजाइनिंग सैट करदे हो, ओपन डेकोरेटिव स्टिच दा सैटिंग करदे हो तो उन्होंने की करना है, तुसी रफ कपड़े ऊपर चला के देख लेना है कि ओदी लेंथिंग सही है, कि ओदी दूरी सही है, ਆਪਾਂ ਨੂੰ ਇਹ क्लोज ਤਾਂ ਨਹੀਂ ਚਾਹੀਦਾ ਸੀ ਜਾਂ ਆਪਾਂ ਨੂੰ ਇਹ ਦੂਰ ਤਾਂ ਨਹੀਂ ਚਾਹੀਦਾ ਸੀ, ਜ਼ਿਆਦਾ क्लोज ਤਾਂ ਨਹੀਂ ਹੋ ਗਿਆ, ਜ਼ਿਆਦਾ ਦੂਰ ਤਾਂ ਨਹੀਂ ਹੋ ਗਿਆ। मतलब कि रफ कपड़े ਦੇ ਉੱਪਰ ਉਹਦੇ ਸਾਈਜ਼ਸ ਚੈੱਕ ਕਰ ਲੈਣੇ ਨੇ ਕਿ ਜੋ ਸਾਨੂੰ ਸਾਈਜ਼ ਚਾਹੀਦਾ ਉਹੀ ਹੈ ਕਿ ਨਹੀਂ, ਨਹੀਂ ਤਾਂ ਉਹਦੀ ਸੈਟਿੰਗ ਅਸੀਂ ਕਰ ਸਕਦੇ ਹਾਂ ਜਦੋਂ ਤੱਕ ਸਾਨੂੰ ਪ੍ਰੋਪਰ ਜੋ ਸਾਡਾ ਮਨ ਦਾ ਸੋਚਿਆ ਹੋਇਆ ਹੈ ਕਿ ਅਸੀਂ ਇਹ ਵਾਲਾ ਪੈਟਰਨ ਬਣਾਉਣਾ ਹੈ ਤਾਂ ਸਾਡੇ ਅਕੋਰਡਿੰਗ ਨਹੀਂ ਹੋ ਜਾਂਦਾ, ਅਸੀਂ ਉਹਦੀ ਸੈਟਿੰਗ ਕਰ ਲਵਾਂਗੇ। ਉਸ ਤੋਂ ਬਾਅਦ ਨੈਕਸਟ ਆਂਦਾ ਹੈ डेंस और साटन स्टिच, संघने और साटन स्टिच। ठीक है, हुण संघने टांके या फिर जिन्हां दा नाम असी कर सकते हैं साटन स्टिच। हुण देखो तुहाडे कोल पैर दिख रहा है, पैर दे विच की है सजावटी टांका करदा आ रहा, साटन स्टिच पारदा आ रहा, कोई गैप नहीं हैगा साटन स्टिच दे विच, बिल्कुल नाल नाल साटन स्टिच चलदे आ रहा है ना, विदाउट किसी गैप दे नाल साटन स्टिच पांदा आ रहा है। हुण साटन स्टिच दे बहुत सारे फॉर्मेट हो सकते हैं ਇਹਦੇ ਵਿੱਚ। ठीक है, ਪਿੱਛੇ ਤੁਹਾਨੂੰ ਦਿਖਾਏ ਸੀ ਸਾਟਨ ਸਟਿਚ ਵਿੱਚ ਬਹੁਤ ਸਾਰੇ ਡਿਜ਼ਾਈਨ ਬਣ ਜਾਂਦੇ ਨੇ ਜਿਨ੍ਹਾਂ ਨਾਲ ਕੀ ਹੈ ਅਸੀਂ ਕੀ ਕਰ ਸਕਦੇ ਆ, ਜਿਨ੍ਹਾਂ ਨਾਲ ਅਸੀਂ ਡੈਕੋਰੇਸ਼ਨ ਕਰ ਸਕਦੇ ਆ, ਸਜਾਵਟ ਕਰ ਸਕਦੇ ਆ। ਉਸ ਤੋਂ ਬਾਅਦ ਜਦੋਂ ਆਪਾਂ ਇਹ ਨਾ ਸੰਘਣੇ ਸਜਾਵਟੀ ਟਾਂਕਿਆਂ ਦਾ ਯੂਜ਼ ਕਰਨਾ ਹੈ ਤਾਂ ਉਦੋਂ ਕੀ ਸੁਝਾਅ ਕਰਨਾ ਹੈ ਕਿ ਸਹੀ ਪੈਰ ਦਾ ਇਸਤੇਮਾਲ ਕਰਨਾ ਹੈ, ਕਿਉਂਕਿ ਸਾਟਨ ਸਟਿਚ ਦਾ ਪੈਰ ਹੋਰ ਹੁੰਦਾ ਹੈ। ठीक है, साटन स्टिच का पैर हमेशा खुला जिहा हुंदा है, विचों चौड़ा हुंदा है, विचों गैप जगह हुंदी है सूई घुमाउण वास्ते, इस करके आपां सही पैर दा यूज करना है। ताड़ी जिहड़ी फैब्रिक है, जिहड़ा तुहाडा फैब्रिक है ओहदा ध्यान रखना है कि तुसी जिहड़ा ओहदे उपर सूई लगाई है जां जो टांका चूज कीता वो बिल्कुल सही हैगी है कि नहीं हैगी। फिर उस तो बाद हैगा संघनी ते साटन टांके धागे ਨਾਲ ਬਹੁਤ ਸਾਰਾ ਥੋਕ ਪੈਦਾ ਕਰਦੇ ਹਨ। ਸੰਘਣੇ ਥ੍ਰੈਡ ਦੇ ਨਿਰਮਾਣ ਤੋਂ ਬਚਣ ਲਈ ਬੋਬਿਨ ਵਿੱਚ ਹਲਕੇ ਭਾਰ ਦੇ ਥ੍ਰੈਡ ਦੀ ਵਰਤੋਂ ਕਰੋ। ਹੁਣ ਕਿਉਂਕਿ ਸਾਟਨ ਸਟਿਚ ਤੁਸੀਂ ਪਾ ਰਹੇ ਹੋ, ਇਹਦੇ ਨਾਲ ਕੀ ਹੈ ਸੰਘਣੇ ਟਾਂਕੇ ਹੈ, ਨੀਚੇ ਗੁੱਛੇ ਬਣ ਸਕਦੇ ਆ, ਇਸ ਕਰਕੇ ਜਦੋਂ ਵੀ ਤੁਸੀਂ ਸਾਟਨ ਸਟਿਚ ਦਾ ਡੈਕੋਰੇਟਿਵ ਸਟਿਚ ਪਾਉਣਾ ਆ ਤਾਂ ਨੀਚੇ ਜੋ ਹੈ ਬੋਬਿਨ ਦੇ ਵਿੱਚ ਹਮੇਸ਼ਾ ਪਤਲਾ ਥ੍ਰੈਡ ਔਰ ਹਲਕਾ ਥ੍ਰੈਡ ਪਾਉਣਾ ਆ। ਠੀਕ ਹੈ, ਤਾਂ ਜੋ ਨੀਚੇ ਜਾਂ ਉੱਪਰ ਧਾਗੇ ਦੇ ਲੂਪਸ ਇਕੱਠੇ ਨਾ ਹੋਣ, ਕਿਉਂਕਿ ਸਾਟਨ ਸਟਿਚ ਦਾ ਯੂਜ਼ ਹੋ ਰਿਹਾ। ਠੀਕ ਹੈ, ਜਾਂ ਫਿਰ ਅਸੀਂ ਉਹਦੇ ਕੀ ਹੈ ਖਿਚਾਵ ਨੂੰ ਸੈਟਿੰਗ ਨੂੰ ਖਿਚਾਵ ਨੂੰ ਆਪਾਂ ਉੱਪਰੋਂ ਦੀ ਸੈੱਟ ਕਰ ਸਕਦੇ ਆ। ਹੁਣ ਉਸ ਤੋਂ ਬਾਅਦ ਹੈਗਾ ਫਨ ਵਿਦ ਡੈਕੋਰੇਟਿਵ ਸਟਿਚਸ। ਹੁਣ ਟਾਂਕਿਆਂ ਦੇ ਨਾਲ ਮਸਤੀ, ਕੀ ਮਤਲਬ ਇਹਦਾ ਟਾਂਕਿਆਂ ਨਾਲ ਮਸਤੀ ਕਿ ਜਦੋਂ ਆਪਾਂ ਨੂੰ ਇੱਕ ਵਾਰ ਇਹਨਾਂ ਟਾਂਕਿਆਂ ਦੀ ਸਾਰੀ ਜਾਣਕਾਰੀ ਹੋ ਜਾਂਦੀ ਹੈ ਕਿ ਇਸ ਤਰ੍ਹਾਂ ਦੇ ਟਾਂਕੇ ਬਣਦੇ ਆ ਤਾਂ ਅਸੀਂ ਕੀ ਕਰਦੇ ਆ, ਦੇਖੋ ਕਿੰਨਾ ਸੋਹਣਾ ਤੁਹਾਡੇ ਕੋਲ ਪੈਟਰਨ ਬਣਾਇਆ ਉਹਨਾਂ ਨੇ ਵੀ ਸਾਰੇ ਸਟਿਚਸ ਨੂੰ ਸੀਕੁਐਂਸ ਦੇ ਵਿੱਚ ਯੂਜ਼ ਕਰਦੇ ਹੋਏ ਬਾਰਡਰ ਬਣਾ ਸਕਦੇ ਆ ਅਸੀਂ। ਠੀਕ ਹੈ, ਉਹਨਾਂ ਟਾਂਕਿਆਂ ਨਾਲ ਕੀ ਆ ਅਸੀਂ ਖੇਡ ਸਕਦੇ ਆ, ਕਿਉਂਕਿ ਹੁਣ ਅਸੀਂ ਟਾਂਕੇ ਪਾਉਣ ਚ ਐਕਸਪਰਟ ਹੋ ਚੁੱਕੇ ਆ ਤਾਂ ਅਸੀਂ ਕੀ ਕਰਾਂਗੇ ਡੈਕੋਰੇਸ਼ਨ ਜਿਹੜੀ ਹੈ ਆਪਣੇ ਮਰਜ਼ੀ ਦੇ ਟਾਂਕੇ ਚੂਜ਼ ਕਰਕੇ ਆਪਣੇ ਦਿਮਾਗ ਨਾਲ ਆਈਡੀਆਜ਼ ਕ੍ਰੀਏਟ ਕਰਕੇ ਕੀ ਹੈ ਡੈਕੋਰੇਟਿਵ ਸਟਿਚਸ ਪਾ ਸਕਦੇ ਆ। ਉਸ ਤੋਂ ਬਾਅਦ ਨੈਕਸਟ ਆਂਦਾ ਫਨ ਵਿਦ ਡੈਕੋਰੇਟਿਵ ਸਟਿਚ ਦੇ ਵਿੱਚ ਮਿਰਰ ਵਰਕ। ਹੁਣ ਜਦੋਂ ਮਿਰਰ ਵਰਕ ਮਸ਼ੀਨ ਦੇ ਵਿੱਚ ਕਰਦੇ ਆ ਤਾਂ ਕੀ ਕਰਦੇ ਆ, ਪਹਿਲਾਂ ਕੱਪੜੇ ਨੂੰ ਕੱਟਦੇ ਆ। ਠੀਕ ਹੈ, ਪਹਿਲਾਂ ਕੱਪੜੇ ਦਾ ਹੋਲ ਮਿਰਰ ਤੋਂ ਥੋੜਾ
ਮਿਰਰ ਵੱਡਾ ਹੈ ਤਾਂ ਕੱਪੜਾ ਥੋੜਾ ਛੋਟਾ ਕੱਟਦੇ ਆ। ਫਿਰ ਉਹਦੇ ਉੱਪਰ ਕੀ ਕਰਦੇ ਆ ਆਪਾਂ ਸਾਟਨ ਸਟਿਚ ਪਾ ਕੇ ਉਹਦਾ ਹੋਲ ਬਣਾ ਲੈਂਦੇ ਆ। ਹੋਲ ਬਣਾਉਣ ਤੋਂ ਬਾਅਦ ਕੀ ਕਰਦੇ ਆ ਨੀਚਲੇ ਪਾਸੇ ਮਿਰਰ ਰੱਖ ਕੇ ਔਰ ਮਿਰਰ ਦੇ ਨੀਚੇ ਐਕਸਟਰਾ ਕੱਪੜਾ ਰੱਖ ਕੇ ਆਪਾਂ ਕੀ ਕਰਦੇ ਆ ਜਿਹੜਾ ਹੋਲ ਕ੍ਰੀਏਟ ਕੀਤਾ ਉਹਦੇ ਆਲੇ ਦੁਆਲੇ ਰਨਿੰਗ ਟਾਂਕਾ ਪਾ ਦਿੰਦੇ ਆ। ਸ਼ੀਸ਼ੇ ਨੂੰ ਸੈੱਟ ਕਰਦੇ ਆ ਹੋਲ ਦੇ ਨੀਚੇ ਚੰਗੀ ਤਰ੍ਹਾਂ ਸੈੱਟ ਹੋ ਜਵੇ। ਫਿਰ ਅਸੀਂ ਉਹਦੇ ਆਲੇ ਦੁਆਲੇ ਕੀ ਹੈ ਰਨਿੰਗ ਟਾਂਕੇ ਦੇ ਨਾਲ ਸ਼ੀਸ਼ੇ ਨੂੰ ਜੋੜ ਦਿੰਨੇ ਆ। ਜਿਹੜਾ ਨੀਚੇ ਅਸੀਂ ਕੱਪੜਾ ਲਗਾਇਆ ਹੁੰਦਾ ਹੈ ਉਹ ਕੀ ਹੈ ਸ਼ੀਸ਼ੇ ਨੂੰ ਫੈਬਰਿਕ ਦੇ ਉੱਪਰ ਜੋੜ ਕੇ ਰੱਖਦਾ ਹੈ। ਕੱਪੜਾ ਫੈਬਰਿਕ ਨਾਲ ਜੋੜ ਕੇ ਰੱਖਦਾ ਹੈ ਸ਼ੀਸ਼ੇ ਨੂੰ। ਤੇ ਇਹਦੇ ਨਾਲ ਕੀ ਹੈ ਜਦੋਂ ਆਪਾਂ ਨੂੰ ਸਜਾਵਟੀ ਟਾਂਕੇ ਮਸ਼ੀਨ ਨਾਲ ਪਾਣੇ ਆ ਜਾਂਦੇ ਆ ਤਾਂ ਆਪਾਂ ਕੀ ਕਰਦੇ ਆ ਉਹਨਾਂ ਨਾਲ ਮਸਤੀ ਕਰ ਸਕਦੇ ਆ। ਮਤਲਬ ਕਿ ਡਿਫਰੈਂਟ ਵੇਸ ਦੇ ਨਾਲ ਆਪਾਂ ਕੀ ਕਰ ਸਕਦੇ ਆ ਟਾਂਕੇ ਨਾਲ ਸਜਾਵਟ ਕਰ ਸਕਦੇ ਆ। ਦੇਖੋ ਤੁਹਾਡੇ ਕੋਲ ਕਿੰਨੇ ਸਾਰੇ ਫਾਰਮੈਟ ਹੈਗੇ ਗੋਲ ਸ਼ੀਸ਼ਾ ਲੱਗਾ ਹੋਇਆ ਹੈ ਨਾ ਚੌਰਸ ਤਿਕੋਣਾ ਜਿਹਾ ਵੀ ਸ਼ੀਸ਼ਾ ਲੱਗਾ ਹੋਇਆ। मतलब कि शीशिया ਨੂੰ कई तरीकों नाल और साटन स्टिच ਦੇ कई बार टांके और डिजाइन्स बना के भी ਆਪਾਂ शीशिया ਨੂੰ ਕੀ ਹੈ डेकोरेट कर सकते हैं। ਇਹ ਸੀਗਾ ਮੇਰਾ ਅੱਜ ਦਾ ਚੈਪਟਰ ਤੁਹਾਡੇ ਵਾਸਤੇ ਜੋ ਮੈਂ ਮਸ਼ੀਨ ਵਰਕ ਦੇ ਉੱਪਰ ਤਿਆਰ ਕੀਤਾ ਸੀ। ਕੱਲ ਵਾਲੇ ਟੌਪਿਕ ਦਾ ਹੀ ਸੀਗਾ ਇਹ ਹਾਫ ਜੋ ਅੱਜ ਮੈਂ ਮਸ਼ੀਨ ਟੌਪਿਕ ਦਾ ਅੱਜ ਇਹ ਕੰਪਲੀਟ ਹੋ ਗਿਆ। ਨੈਕਸਟ ਵੀਕ ਤੁਹਾਡੇ ਵਾਸਤੇ ਮੈਂ ਲੈ ਕੇ ਆਉਂਗੀ ਬੇਸਿਕ ਸਟਿਚਸ ਜੋ ਜਿਵੇਂ ਨॉट ਸਟਿਚ ਕੀ ਹੁੰਦੇ ਆ ਫਲੈਟ ਸਟਿਚ ਕੀ ਹੁੰਦੇ ਆ ਠੀਕ ਹੈ ਲੂਪ ਸਟਿਚ ਕੀ ਹੁੰਦੇ ਆ ਇਹ ਵਾਲੇ ਸਟਿਚਸ ਦਾ ਤੁਹਾਡੇ ਵਾਸਤੇ ਚੈਪਟਰ ਲੈ ਕੇ ਆਉਂਗੀ। ਨਾਲ ਲੈ ਕੇ ਆਉਂਗੀ ਕਿ ਮਸ਼ੀਨ ਦੇ ਪਾਰਟਸ ਕਿਹੜੇ ਤਰ੍ਹਾਂ ਦੇ ਹੁੰਦੇ ਆ ਕਿੰਨੇ ਤਰ੍ਹਾਂ ਦੀਆਂ ਮਸ਼ੀਨਾਂ ਹੁੰਦੀਆਂ ਨੇ ਜੋ ਆਪਾਂ ਇੰਡਸਟਰੀ ਵਿੱਚ ਯੂਜ਼ ਕਰਦੇ ਆ। ਤੁਸੀਂ ਉਹ ਮੇਰੇ ਚੈਪਟਰ ਵੀ ਜ਼ਰੂਰ ਧਿਆਨ ਨਾਲ ਵੇਖਣਾ ਕਿਉਂਕਿ ਹੁਣ ਤੁਹਾਡੀ ਰਿਵੀਜ਼ਨ ਚੱਲ ਰਹੀ ਹੈ। ਹੁਣ ਅਸੀਂ ਤੁਹਾਡੀ ਰਿਵੀਜ਼ਨ ਕਰਵਾ ਰਹੇ ਹਾਂ ਕਿਉਂਕਿ ਸਿਲੇਬਸ ਤੁਹਾਡਾ ਆਲਰੇਡੀ ਕਵਰ ਹੋ ਚੁੱਕਾ ਹੈ। ਹੁਣ ਇਹ ਰਿਵੀਜ਼ਨ ਪਾਰਟ ਚੱਲ ਰਿਹਾ ਇਸ ਕਰਕੇ ਇਹ ਜ਼ਰੂਰ ਲੈਣਾ ਤੁਸੀਂ ਔਰ ਮੈਨੂੰ ਜ਼ਰੂਰ ਮੈਸੇਜ ਕਰਨਾ ਕਿ ਮੇਰੇ ਤੁਹਾਨੂੰ ਲੈਸਨ ਕਿੱਦਾਂ ਦੇ ਲੱਗਦੇ ਆ ਔਰ ਕਿ ਤੁਹਾਨੂੰ ਸਮਝ ਆਉਂਦੀ ਹੈ ਕਿ ਨਹੀਂ ਆਉਂਦੀ। ਕੋਈ ਪ੍ਰੋਬਲਮ ਹੈ ਤੁਸੀਂ ਮੇਰੇ ਨਾਲ ਹੁਣ ਕੁਐਰੀ ਕਰ ਸਕਦੇ ਹੋ ਔਰ ਉਹਦੇ ਵਿੱਚ ਮੇਰੇ ਨਾਲ ਡਿਸਕਸ ਕਰ ਸਕਦੇ ਹੋ। ਅਗਰ ਤੁਹਾਨੂੰ ਕੋਈ ਪ੍ਰੋਬਲਮ ਲੱਗਦੀ ਹੈ ਕਿਸੇ ਚੀਜ਼ ਦੇ ਵਿੱਚ ਤੁਸੀਂ ਮੈਂ ਨੰਬਰ ਨੋਟ ਕਰ ਲਓ 9592501121। ਇਸ ਨੰਬਰ ਤੇ ਮੇਰੇ ਕੋਲੋਂ ਕਪੂਰਥਲੇ ਤੋਂ ਕਈ ਬੱਚੇ ਜੁੜੇ ਆ ਰਈਆ ਤੋਂ ਜੁੜੇ ਹੋਏ ਆ ਮੋਹਾਲੀ ਤੋਂ ਜੁੜੇ ਹੋਏ ਆ। ਕਈ ਜਗ੍ਹਾ ਦੇ ਤਾਂ ਮੈਨੂੰ ਬੱਚੇ ਪਤਾ ਹੈ ਕਿ ਮੇਰੇ ਨਾਲ ਹੈਗੇ ਆ ਪਰ ਕੁਝ ਜਗ੍ਹਾ ਦੇ ਬੱਚੇ ਮੈਨੂੰ ਲੱਗਦਾ ਕਿ ਮੇਰੇ ਨਾਲ ਨਹੀਂ ਜੁੜਦੇ। ਇਸ ਕਰਕੇ ਪਲੀਜ਼ ਮੈਨੂੰ ਇੱਕ ਵਾਰ ਤਾਂ ਜ਼ਰੂਰ ਦੱਸੋ ਵੀ ਤੁਸੀਂ ਕਿੱਥੋਂ ਮੇਰੇ ਨਾਲ ਜੁੜੇ ਹੋ ਠੀਕ ਹੈ। ਤੇ ਅੱਗੇ ਮੈਂ ਤੁਹਾਡੇ ਵਾਸਤੇ ਹੋਰ ਵੀ ਵਧੀਆ ਲੈਸਨਸ ਲੈ ਕੇ ਆਉਂਗੀ ਤਾਂ ਜੋ ਤੁਹਾਡੀ ਜੋ ਰਿਵੀਜ਼ਨ ਹੈ ਪ੍ਰੋਪਰ ਔਰ ਸਹੀ ਢੰਗ ਨਾਲ ਹੋ ਸਕੇ ਠੀਕ ਹੈ। ਹੁਣ ਜੇ ਕਿਸੇ ਦੇ ਕੋਈ ਕੁਐਸਚਨਸ ਹੈਗੇ ਆ ਜਾਂ ਕੋਈ ਕੁਝ ਇਹਦੇ ਰਿਲੇਟਡ ਪੁੱਛਣਾ ਚਾਹੁੰਦਾ ਹੈ ਤਾਂ ਉਹ ਪੁੱਛ ਸਕਦਾ ਹੈ। प्लीज अपना हाथ खड़ा करो रेज योर हैंड अगर ਤੁਹਾਨੂੰ ਕੋਈ ਕੁਐਰੀ ਹੈ ਜਾਂ ਤੁਹਾਨੂੰ ਕੋਈ ਕੁਐਸਚਨ ਪੁੱਛਣਾ ਹੈ। मैं अनम्यूट कर रहे हैं सर रवनीत कौर ने मैम सब तो पहला हाँ जी दसो। हाँ जी मैम सत श्री अकाल जी। सत श्री अकाल। हाँ जी मैम बहुत वधिया तुहाडा लैक्चर है जी सानू पता ही नहीं सी इन्नी तरह दी सीन्स भी हुंदियां वा जी। थैंक यू सो मच दस्सण लई। तुसीं कित्थों बोल रहे हो? जी कपूरथला मैडम कपूरथला ITI डिस्ट्रिक्ट कपूरथला तो खीरा वाली। हाँ जी मैसेज करते हैं काफी बच्चे मैसेज करते हैं कपूरथला तो। हाँ जी मैम एक बार अपना मोबाइल नंबर दोबारा रिपीट कर दियो जी। 9592501121 नोट कर लो और मैंने जरूर मैसेज करके दस्या करो कि तुहानू किस तरह दा लग रहा है तुहानू समझ आती है कि नहीं आती। हम एक नेक्स्ट क्वेरी है बलजीत कौर जी दी मैं उन्होंने अनम्यूट कर रहे हैं। हाँ जी बलजीत जी बोलो। हाँ जी मैडम वधिया सी तुहाडा लेक्चर बहुत वधिया लग्या पर मैं लेट ज्वाइन कर पाई मैनू स्टार्टिंग स्क्रीन शो कर दोगे अगेन 2-3 मेरी मिस हो गई। मैम हुन ਤਾਂ ਮੈਨੂੰ ਸਾਰਾ ਕਿਉਂਕਿ ਦੁਬਾਰਾ ਤੋਂ ਫੇਰ ਸੈਟਿੰਗ ਕਰਨੀ ਪਊਗੀ ਔਰ ਹੁਣ ਟਾਈਮ ਵੀ ਨਹੀਂ ਇੰਨਾ ਹੋਣਾ ਕਿ ਮੈਂ ਤੁਹਾਡੇ ਨਾਲ ਫੇਰ ਦੁਬਾਰਾ ਸੈਟਿੰਗ ਕਰਾਂ ਔਰ ਤੁਹਾਨੂੰ ਪਰਸਨਲੀ ਨੰਬਰ ਤੇ ਕੰਟੈਕਟ ਕਰ ਲੂੰਗੀ ਨੰਬਰ ਸੈਂਡ ਕਰ ਦੂੰਗੀ ਮੈਂ ਆਪਣਾ। ठीक है ओके ठीक है मैम थैंक यू वेरी मच। ओके सर ओके मैम थैंक यू। ओके सर।